सरदार कुलवंत सिंह है जिन्हों ने डिवेलप किया सैक्टर 91। ਜਿਹੜਾ ਬੰਦਾ ਆਪਣਾ ਜਿਹੜਾ ਡਿਵੈਲਪ ਕੀਤਾ ਸੈਕਟਰ ਹੀ ਨਹੀਂ ਸਵਾਰ ਸਕਦਾ, ਉਹ ਪੂਰੀ ਸਾਰੇ ਮੁਹਾਲੀ ਦਾ ਕੀ ਸਵਾਰੇਗਾ ਜੀ। ਪਤਾ ਨਹੀਂ ਆਮ ਆਦਮੀ ਪਾਰਟੀ ਨੇ ਕਿਵੇਂ ਲਿਆ, ਇਹਨਾਂ ਨੂੰ ਕੀ ਸੋਚ ਕੇ ਲਿਆ। ਇੱਥੇ ਹਮੇਸ਼ਾ ਹੀ ਪਾਣੀ ਦੀ ਪ੍ਰੋਬਲਮ ਰਹਿੰਦੀ, ਹਮੇਸ਼ਾ ਹੀ ਸੀਵਰੇਜ ਦੀ ਪ੍ਰੋਬਲਮ ਰਹਿੰਦੀ, ਹਮੇਸ਼ਾ ਹੀ ਬਿਜਲੀ ਦੀ ਪ੍ਰੋਬਲਮ। ਇਹਨਾਂ ਕੋਲੋਂ ਇਹੀ ਪ੍ਰੋਬਲਮ ਨਹੀਂ ਸੋਲਵ ਹੋਈ। ਉਹ GM ਸਾਹਿਬ ਕਹਿੰਦੇ ਜੀ ਮੇਰੇ ਕੋਲ ਇਹ ਮੇਰੇ ਵਾਸਤੇ ਦੀ ਗੱਲ ਨਹੀਂ, ਤੁਸੀਂ MD ਸਾਹਿਬ ਨੂੰ ਮਿਲ ਲਓ, ਕੁਲਵੰਤ ਸਿੰਘ ਜੀ ਨੂੰ। ਜਦੋਂ ਉਹ ਵਿਚਾਰੇ ਇਹਨਾਂ ਕੋਲ ਗਏ MD ਸਾਹਿਬ ਕੋਲ, ਇਹਨਾਂ ਨੇ ਆਪਣਾ ਸਿਕਿਉਰਿਟੀ ਗਾਰਡ ਬੁਲਾ ਕੇ ਉਹਨੂੰ ਬਾਹੋਂ ਫੜ ਕੇ ਦਫ਼ਤਰ ਤੋਂ ਬਾਹਰ ਕੱਢਤਾ ਕਿ ਲੋਕੀ ਡਰਦੇ ਬੋਲਦੇ ਨਹੀਂ ਹੈ, ਜਿਹੜਾ ਬੋਲਦਾ ਉਹਨੂੰ ਇਹ ਥ੍ਰੈਟ ਕਰਦਾ। ਜਾਂ ਕਰਦੇ ਕੀ ਨੇ, ਤੁਹਾਨੂੰ ਨੋਟਿਸ ਭੇਜ ਦੇਣਗੇ, ਤੁਹਾਡੇ ਘਰ ਦੇ ਕੇ ਟੋਏ ਪੁੱਟਣੇ ਸ਼ੁਰੂ ਕਰ ਦੇਣਗੇ। ਜਿਹੜਾ ਬੰਦਾ ਬੋਲਦਾ ਉਹਦੇ ਨਾਲ ਇਹੋ ਹੀ ਹੁੰਦਾ ਹੈ। ਜੋ ਅਸੀਂ ਜਿਸ ਆਸ ਦੇ ਨਾਲ ਇਹ ਸੈਕਟਰ 'ਚ ਆਏ ਸੀ, ਉਹ ਆਸ ਦੇ ਵਿੱਚ ਹਜੇ ਤੱਕ ਅਸੀਂ ਪੂਰੇ ਨਹੀਂ। ਮੈਂ ਤਾਂ ਪਿਛਲੇ 1.5 ਸਾਲ ਤੋਂ ਪ੍ਰੋਬਲਮ ਦੀ ਫੇਸ ਕਰ ਰਿਹਾ। रिस्पेक्टेड कुलवंत सिंह जी को लग रहा है कि ऐसी एक्सप्लॉयटेशन करने के बाद भी वो आ जाएंगे, तो मेरे को तो नहीं लग रहा। मैं तो बड़ा कॉन्फिडेंट ਤੁਸੀਂ ਆ ਦੇਖੋ ਹਾਲ, ਤੁਸੀਂ ਕੈਮਰਾ ਅਗਰ ਉਧਰ ਘੁਮਾਓਗੇ ਕਿੰਨਾ ਬੁਰਾ ਹਾਲ ਹੈ ਜੀ। ਪੂਰੇ 11 ਸਾਲ ਹੋ ਗਏ ਆ ਇਸ ਸੈਕਟਰ ਨੂੰ, ਇੱਥੇ ਕਾਰਪੇਟਿੰਗ ਨਹੀਂ ਹੋਈ। ਹੁਣ ਕੀ ਹੋ ਰਿਹਾ ਇਸ ਟਾਈਮ, ਅਸੀਂ ਸਾਰਿਆਂ ਨੇ ਇਹਨਾਂ ਨੂੰ ਕਾਫੀ ਲੈਟਰਸ ਵੀ ਲਿਖੇ, ਇਹਨਾਂ ਨਾਲ ਮੀਟਿੰਗਸ ਵੀ ਕੀਤੀਆਂ। ਇਹਨਾਂ ਨੇ ਕੁਲਵੰਤ ਸਿੰਘ ਨੇ ਸਾਡੀ ਕੋਈ ਨਹੀਂ ਸੁਣੀ। ਮੀਟਿੰਗਸ ਹੀ ਹੋ ਰਹੀਆਂ ਨੇ, ਪਰਮਿਸ਼ਨ ਕੋਈ ਨਹੀਂ ਹੋ ਰਹੀ, ਕਿਉਂਕਿ ਇਹ ਆਨਰ ਹੈ, ਇਹ ਪਰਮਿਸ਼ਨ ਨਹੀਂ ਦੇ ਰਿਹਾ ਜੀ। ਇਹਨਾਂ ਦਾ ਜਵਾਬ ਹੁੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਚੱਲਿਆ ਜੀ, ਬਸ ਮੇਰੇ ਕੋਲ ਟਾਈਮ ਹੀ ਨਹੀਂ ਹੈ। ਸੜਕਾਂ ਤੇ ਪਾਣੀ ਭਰਿਆ ਪਿਆ, ਜੇ ਬਾਰਿਸ਼ ਆਉਂਦੀ ਹੈ ਤਾਂ ਪਾਣੀ ਭਰ ਜਾਂਦਾ ਵਾ ਬਹੁਤ ਜ਼ਿਆਦਾ। ਤੁਸੀਂ ਦੇਖੋ ਸੜਕਾਂ ਦੇ ਵੱਡੇ ਵੱਡੇ ਟੋਏ ਬਣੇ ਹੋਏ ਨੇ। ਸੈਕਟਰ ਪੌਸ਼ ਏਰੀਆ ਹੈ। ਕੁਲਵੰਤ ਸਿੰਘ ਨੂੰ ਵੋਟ ਪਾਉਣ ਤੋਂ ਪਹਿਲੇ ਉਹ ਆਪਣੇ ਏਰੀਆ ਜਿੰਨਾ ਉਹਨਾਂ ਨੇ ਲਿੱਤਾ ਹੋਇਆ 91 ਸੈਕਟਰ ਹੋਵੇ 7 ਜਿੰਨੇ ਵੀ ਸੈਕਟਰ ਉਹਨਾਂ ਨੇ ਲਿੱਤੇ, ਪਹਿਲੇ ਅਗਰ ਉਹਦੇ ਤੇ ਉਹ ਸੁਧਾਰ ਕਰ ਲੈਣਗੇ ਨਾ, ਐਂਡ ਆਈ ਹੋਪ ਕਿ ਉਹ ਸਿਟੀ ਤੇ ਕਰ ਪਾਉਣਗੇ। ਅਗਰ ਉਹ ਇਸ ਤੇ ਨਹੀਂ ਕਰ ਪਾਉਣਗੇ, ਮੈਂ ਕੋਈ ਉਮੀਦ ਨਹੀਂ ਰੱਖਦੀ ਕਿ ਆਪਣੇ अगर आम आदमी पार्टी इन केस इत्थे आंदी है तो कुछ सुधार करेगी, ਜਿਹੜੇ ਇੰਨੇ ਵੱਡੇ ਵੱਡੇ ਵਾਅਦੇ ਕਰਦੀ ਹੈ ਉਹ ਪੂਰੇ ਕਰੇਗੀ। ਬਹੁਤ ਸਾਲਾਂ ਤੋਂ ਬਹੁਤ ਲੋਕ ਕਰਦੇ ਆਇਆ, ਬਹੁਤ ਸਾਲਾਂ ਤੋਂ ਬਹੁਤ ਲੋਕ ਹੈ, ਪਰ ਖਰੇ ਉਤਰਨ ਦਾ ਕੌਣ ਉਤਰੇਗਾ ਇਹ ਨਹੀਂ ਸਾਨੂੰ ਅਸੀਂ ਕਹਿ ਨਹੀਂ ਸਕਦੇ। ਔਰ ਸਭ ਤੋਂ ਮੇਜਰ ਇਸ਼ੂ ਇਹਨਾਂ ਕੋਲੇ ਮੋਨੋਪੋਲੀ ਕਿਉਂ ਹੈ ਕਿ ਇੰਟਰਨੈਟ ਦੀ। ਇਹ ਰਿਲਾਇੰਸ ਨੂੰ ਜਾਂ ਏਅਰਟੈਲ ਨੂੰ ਕਿਉਂ ਨਹੀਂ ਐਂਟਰ ਕਰਨ ਦਿੰਦੇ। ਸਭ ਤੋਂ ਵੱਡੀ ਗੱਲ, ਇਸ ਪੂਰੇ ਐਡੇ ਵੱਡੇ ਸੈਕਟਰ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਨਹੀਂ, ਕੋਈ ਸਰਕਾਰੀ ਡਿਸਪੈਂਸਰੀ ਨਹੀਂ, ਕੋਈ ਸਰਕਾਰੀ ਸਕੂਲ। ਉਹ ਦੇਖੋ ਸਾਰੇ ਇੱਧਰ ਮਾਰਕੀਟ 'ਚ ਰੋਡ ਟੁੱਟੀ ਹੋਈ ਹੈ। ਅੰਦਰ ਕਿਸੇ ਰੋਡ ਚਲੇ ਜਾਓ, ਕੋਈ ਚੀਜ਼ ਕਰ ਲਓ, ਇਹਨਾਂ ਨੂੰ ਕਹਿ ਲਓ ਤੇ ਮਤਲਬ ਇਹ ਕਹਿੰਦੇ ਕਰ ਰਹੇ ਆ, ਮਤਲਬ ਵਾਅਦੇ ਹੀ ਨੇ। ਤੁਸੀਂ ਦੱਸੋ ਵੀ ਅਸੀਂ ਕਿਵੇਂ ਤੁਹਾਨੂੰ ਵੋਟ ਦੇ ਦਈਏ ਜਦੋਂ ਸਾਡਾ ਕੁਝ ਕਰ ਹੀ ਨਹੀਂ ਰਹੇ। ਔਰ ਸੁਪਨੇ ਐਡੇ ਵੱਡੇ ਦਿਖਾਏ ਜਾ ਰਹੇ ਨੇ। ਪੂਰਾ ਸੈਕਟਰ ਘੁੰਮ ਕੇ ਦੇਖ ਲਓ, ਸੁਪਨਿਆਂ ਨਾਲ ਹੀ ਭਰਿਆ ਪਿਆ, ਲੇਕਿਨ ਹਕੀਕਤ ਤੋਂ ਬਹੁਤ ਪਰੇ ਹੈ। ਸਾਡਾ ਤਾਂ ਪੱਕਾ ਵਾਅਦਾ ਹੈ, ਅਸੀਂ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਵੋਟ नहीं देंगे भी ਆਪ ਨੂੰ ਦੇਣੀ है, आप कह रही है। टोटल ही लूटने वाली चोर बाजारी वाला काम है। मैं क्या बोल रहा हूँ, ये गुंडागर्दी भी है। दूसरे दिन अंदर नेट टुटिया होया ਹੁੰਦਾ, ਪੈਸੇ ਜਮ੍ਹਾਂ ਕਰਾਓ ਤਾਂ ਕਹਿੰਦੇ ਜੀ ਮੇਰੇ ਕੋਲ ਨਹੀਂ ਜੀ, ਉਹਨਾਂ ਨੂੰ ਫੋਨ ਕਰੋ, ਬਾਏ ਪੈਸੇ ਤਾਂ ਤੁਸੀਂ ਲਏ। ਮੈਂ ਤਾਂ ਇਹ ਸੋਚਦਾ, ਮੈਂ ਤਾਂ 1.5 ਸਾਲ ਪਹਿਲਾਂ ਪਿੰਡਾਂ 'ਚ ਹੋਇਆ, ਮੈਂ ਕਿਹਾ ਕੰਮ ਆ ਗਿਆ, ਮੈਂ ਤਾਂ ਉੱਥੇ ਨਾਲ ਵਧੀਆ ਰਹਿੰਦਾ। ਪਾਣੀ ਵੀ ਆਪਣਾ ਸੀਗਾ, ਦੁੱਧ ਵੀ ਸਸਤਾ ਮਿਲਦਾ ਸੀ, ਇਹ ਵੀ ਸਾਰਾ ਸਸਤਾ ਮਿਲਦਾ, ਥੋੜਾ ਮਹਿੰਗੇ ਵੀ ਆਏ ਔਰ ਫਸ ਵੀ ਗਏ। ਕਿ ਜਾਵੇ ਉਹ ਤੇ ਕਹਿੰਦੀ ਕਿ ਸਾਨੂੰ ਪੰਜਾਬ 'ਚ ਲਿਆਓ, ਆਪਾਂ ਜਨਾਨੀਆਂ ਨੂੰ ਵੀ 1000 ਰੁਪਏ ਦੇਵਾਂਗੇ, ਵਿਕਾਸ ਕਰਾਵਾਂਗੇ ਆਪਾਂ। ਚਾਹੀਦਾ ਸਾਡਾ ਤਾਂ ਇਹੀ ਕੰਮ ਪੂਰੇ ਕਰ, ਸਾਤੋਂ 500 ਰੁਪਏ ਫालतू ਹੋਰ ਲੈ ਲਿਓ, ਪਰ ਇਹ ਕੰਮ ਸਾਡੇ ਪੂਰੇ ਕਰ। ਹੁਣ ਤਾਂ ਲੱਗਦਾ ਇੱਥੇ ਜੰਗਲ 'ਚ ਰਹਿ ਰਹੇ ਸੀ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹਰ ਇੱਕ ਦਰਸ਼ਕ ਦਾ ਮੈਂ ਲਵਲੀ ਕੌਰ ਸਵਾਗਤ ਕਰਦੀ ਹਾਂ। ਅੱਜ ਸਾਡੀ ਟੀਮ ਆਈ ਹੈ ਮੋਹਾਲੀ ਵਿੱਚ ਸੈਕਟਰ 91 ਵਿੱਚ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦਾ ਮਾਹੌਲ ਬਹੁਤ ਹੀ ਸਰਗਰਮ ਹੈ ਅਤੇ ਇੱਥੇ ਲੋਕਾਂ ਨੂੰ ਲਗਾਤਾਰ 2-3 ਦਿਨਾਂ ਤੋਂ ਬਿਜਲੀ ਦਾ ਮਸਲਾ ਚੱਲ ਰਿਹਾ ਹੈ। ਉੱਪਰੋਂ ਜਿਹੜਾ ਕਿ 3rd ਵੇਵ ਹੈ ਕਰੋਨਾ ਦੀ, ਨਿੱਤ ਨਵੇਂ ਮਾਮਲੇ ਵੇਖਣ ਨੂੰ ਆ ਰਹੇ ਨੇ ਉਹਦੇ ਵਿੱਚ।
ਤੇ ਇਸ ਦੇ ਵਿੱਚ ਜੇ ਦੇਖਿਆ ਜਾਵੇ ਤੇ ਸਕੂਲ ਕਾਲਜੇ ਸਾਰੇ ਬੰਦ ਹੋ ਗਏ ਨੇ, ਬੱਚਿਆਂ ਨੂੰ ਘਰੋਂ ਆਪਣਾ ਕੰਮ ਕਰਨਾ ਪੈ ਰਿਹਾ ਹੈ, ਕਲਾਸਾਂ ਅਟੈਂਡ ਕਰਨੀਆਂ ਪੈ ਰਹੀਆਂ ਹੈ। ਉੱਤੋਂ ਅਗਰ ਜੌਬਸ ਵੱਲ ਵੇਖਿਆ ਜਾਵੇ ਲੋਕਾਂ ਦੀ, ਤੇ ਉਹਨਾਂ ਨੂੰ ਕਈ ਜਾਣਿਆਂ ਨੂੰ ਵਰਕ ਫਰੋਮ ਹੋਮ ਵੀ ਕਰਨਾ ਪੈ ਰਿਹਾ ਹੈ। ਤੇ ਜੇਕਰ ਇਸ ਵਿੱਚ ਬਿਜਲੀ ਨਾ ਆਵੇ ਤੇ ਲੋਕਾਂ ਨੂੰ ਕੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਹ ਚੀਜ਼ ਸਾਨੂੰ ਸਾਰਿਆਂ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੈ। ਬਿਜਲੀ ਜੇ ਨਾ ਆਵੇ, ਪਾਣੀ ਦੀ ਮੁਸੀਬਤ ਹੁੰਦੀ ਹੈ, ਬੱਚਿਆਂ ਨੂੰ ਪੜ੍ਹਨ ਦੀ ਮੁਸੀਬਤ ਹੁੰਦੀ ਹੈ, ਬਹੁਤ ਤਰ੍ਹਾਂ ਦੀ ਮੁਸੀਬਤ ਹੁੰਦੀ ਹੈ। ਇੱਥੇ ਕੁਝ ਲੋਕ ਨੇ ਮੇਰੇ ਨਾਲ ਜਿਹੜੀ ਇਸ ਸਮੱਸਿਆ ਨੂੰ ਸਾਡੇ ਨਾਲ ਤੁਹਾਨੂੰ ਰੂਬਰੂ ਕਰਨ ਲਈ ਖੜੇ ਨੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਕੀ ਮਸਲਾ ਹੈ ਤੁਹਾਡਾ? ਇਸ ਸੈਕਟਰ ਵਿੱਚ ਬਿਜਲੀ ਨਾਲ ਕੀ ਕੁਝ ਹੋ ਰਿਹਾ ਹੈ? ਬਿਜਲੀ ਦਾ ਜੀ ਪਿਛਲੇ 3 ਦਿਨ ਤੋਂ ਸਾਡੇ ਸੈਕਟਰ 'ਚ ਲਾਈਟ ਨਹੀਂ ਸੀਗੀ ਜੀ। ਬਿਨਾਂ ਲਾਈਟ ਤੋਂ ਅਸੀਂ ਇਹਨਾਂ ਨੂੰ ਕਾਫੀ ਫੋਨਸ ਵੀ ਕੀਤੇ, ਜਨਤਾ ਲੈਂਡ ਨੂੰ, ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜੀ। ਆਖਿਰਕਾਰ ਫਿਰ ਅਸੀਂ ਐਸਸੀ ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਆਪਣੇ ਬੰਦੇ ਭੇਜੇ। ਠੀਕ ਹੈ, ਪ੍ਰੋਬਲਮ ਹਾਲਾਂਕਿ ਇਹਨਾਂ ਦੀ ਸੀਗੀ, ਐਕਚੁਅਲੀ ਮੋਇਸਚਰ ਆਉਣ ਕਰਕੇ ਇਹਨਾਂ ਦੇ ਸਵਿਚਸ ਦੇ ਵਿੱਚ ਨਾ ਸਾਰਾ ਉਹਨਾਂ ਦਾ ਵੀ ਸਿਸਟਮ ਸਾਰਾ ਡਾਊਨ ਹੋ ਗਿਆ ਸੀਗਾ। ਫਿਰ ਉਹ ਆਏ, ਇਹਨਾਂ ਦਾ ਕੋਈ ਬੰਦਾ ਰਾਤ ਨੂੰ ਇੱਥੇ ਨਹੀਂ ਹੁੰਦਾ ਜੀ, ਸੈਕਟਰ ਦਾ ਜਿਹੜੇ ਇਹਨਾਂ ਦੇ ਇੰਜੀਨੀਅਰ ਆ ਕੋਈ ਨਹੀਂ ਹੁੰਦਾ। ਮਤਲਬ ਬਿਜਲੀ ਦੀ ਦੇਖ ਰੇਖ ਕਰਨ ਲਈ ਦੀ ਖਰੀਦ ਕੋਈ ਰਾਤ ਨੂੰ ਕੋਈ ਬੰਦਾ ਅਵੇਲੇਬਲ ਨਹੀਂ ਹੁੰਦਾ ਜੀ। ਠੀਕ ਹੈ, ਪੂਰੇ 3 ਦਿਨ ਹੋ ਗਏ। 2 ਦਿਨ ਬਾਅਦ ਉਹ ਆਏ, ਉਹਨਾਂ ਨੇ ਕੁਝ ਸੌਰਟ ਆਊਟ ਕੀਤਾ। ਉਸ ਤੋਂ ਬਾਅਦ ਇਹਨਾਂ ਦੀ ਪ੍ਰੋਬਲਮ ਆ ਗਈ, ਇਹਨਾਂ ਕੋਲੋਂ 1 ਦਿਨ ਨਹੀਂ ਪੂਰਾ ਸੌਰਟ ਆਊਟ ਹੋਇਆ ਜੀ, ਪ੍ਰੋਬਲਮ ਸੌਰਟ ਆਊਟ ਨਹੀਂ ਹੋਈ। ਠੀਕ ਹੈ ਜੀ, ਉਹ ਬੜੀ ਮੁਸ਼ਕਲ ਕੱਲ ਅਜੇ ਸ਼ਾਮ ਨੂੰ ਜਾ ਕੇ ਇਹ ਥੋੜੀ ਪ੍ਰੋਬਲਮ ਸੋਲਵ ਹੋਈ ਹੈ ਜੀ। ਉਸ ਤੋਂ ਬਾਅਦ ਦੇਖੋ ਸਾਡੇ ਸੈਕਟਰ ਦੇ ਵਿੱਚ ਜਿਹੜਾ ਸਾਡਾ ਸੈਕਟਰ ਹੈ ਜੀ, ਇਹ ਸਰਦਾਰ ਕੁਲਵੰਤ ਸਿੰਘ ਹੈ ਜਿਨ੍ਹਾਂ ਨੇ ਡਿਵੈਲਪ ਕੀਤਾ ਸੈਕਟਰ 91। ਠੀਕ ਹੈ ਨਾ ਜੀ, 11 ਸਾਲ ਹੋ ਗਏ ਹੈ ਸਾਡੇ ਸੈਕਟਰ ਦੀਆਂ, ਅਜੇ ਤੱਕ ਕਾਰਪੈਟਿੰਗ ਨਹੀਂ ਕਰ ਪਾਏ ਜੀ ਇਹ। ਤੁਸੀਂ ਆਹ ਦੇਖੋ ਹਾਲ, ਤੁਸੀਂ ਕੈਮਰਾ ਅਗਰ ਉਧਰ ਘੁਮਾਓਗੇ ਕਿੰਨਾ ਬੁਰਾ ਹਾਲ ਹੈ ਜੀ। ਪੂਰੇ 11 ਸਾਲ ਹੋ ਗਏ ਹੈ ਇਹ ਸੈਕਟਰ ਨੂੰ ਇੱਥੇ ਕਾਰਪੈਟਿੰਗ ਨਹੀਂ ਹੋਈ। ਠੀਕ ਹੈ ਨਾ ਜੀ, ਸੜਕਾਂ ਦਾ ਵਾਕਈ ਇੱਥੇ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਹੈ ਜੀ। ਤੁਸੀਂ ਇੰਟਰ ਵੀ ਕੀਤੇ ਉਦੋਂ, ਉੱਥੋਂ ਵੀ ਤੁਸੀਂ ਦੇਖਦੇ ਆਦਮੀ ਹੋਵੋਗੇ ਕਿ ਕਿੰਨਾ ਬੁਰਾ ਹਾਲ ਹੈ। ਉਸ ਤੋਂ ਬਾਅਦ ਸਾਨੂੰ ਦੇਖੋ ਹੁਣ ਕਰੋਨਾ ਦੇ ਕਰਕੇ ਸਾਰੇ ਬੱਚੇ ਘਰ ਬੈਠੇ ਆ, ਹੋਮਵਰਕ ਕਰ ਰਹੇ ਆ, ਜਾਂ ਉਹਨਾਂ ਨੂੰ ਜਿਹੜੇ ਜੌਬਸ ਵਾਲੇ ਆ, ਇੰਟਰਨੈਟ ਦੀ ਕਿੰਨੀ ਜ਼ਰੂਰਤ ਹੈ। ਇਹਨਾਂ ਕੋਲ ਇੱਥੇ ਆਪਣੀ ਕੋਈ ਇਹਨਾਂ ਦੀ ਕੰਪਨੀ ਆ ਕਿਹੜੀ ਵਨ ਫਾਈਬਰ ਦੇ ਨਾਂ ਦੇ ਕੋਈ ਕੰਪਨੀ ਚਲਾ ਰਹੇ ਨੇ ਇਹ, ਦੂਸਰੀ ਕਿਸੇ ਕੰਪਨੀ ਨੂੰ ਪਰਮਿਸ਼ਨ ਨਹੀਂ ਦੇ ਰਹੇ। ਨਾ ਇਹ ਜੀਓ ਨੂੰ ਪਰਮਿਸ਼ਨ ਦੇ ਰਿਹਾ, ਨਾ ਇਹ ਏਅਰਟੈਲ ਨੂੰ ਪਰਮਿਸ਼ਨ ਦੇ ਰਿਹਾ, ਨਾ ਇਹ BSNL ਨੂੰ। ਕਿਸੇ ਨੂੰ ਐਕਚੁਅਲੀ ਕੀ ਹੈ ਕਿ ਉਹ ਫਾਈਬਰ ਲੇ ਹੋਣੀ ਹੈ ਅੰਡਰਗਰਾਊਂਡ, ਕਿਸੇ ਨੂੰ ਪਰਮਿਸ਼ਨ ਨਹੀਂ ਦੇ ਰਹੇ। ਜਿਹੜੀ ਇਹ ਕੰਪਨੀ ਆਲਰੇਡੀ ਹੈਗੀ ਹੈ, ਇਹ ਡਬਲ ਚਾਰਜ ਕਰ ਰਹੀ ਹੈ, 1500 1600 ਰੁਪਈਆ ਚਾਰਜ ਕਰ ਰਹੀ ਹੈ, ਕਿੱਥੇ 800 ਕਿੱਥੇ 1600। ਠੀਕ ਹੈ, ਜਿਵੇਂ ਹੁਣ ਜੀਓ ਹੈ, ਫਾਈਬਰ ਹੈ, ਇਹ ਏਅਰਟੈਲ ਹੈ, ਉਹ ਜਿਹੜੀ ਫਾਈਬਰ ਜਾਂ ਜਿਹੜਾ ਨੈੱਟ ਦੇ ਰਹੀ ਹੈ ਉਹਦੇ ਨਾਲ ਤੁਸੀਂ ਟੀਵੀ ਦੀ ਫੈਸਿਲਿਟੀ ਵੀ ਦੇ ਰਹੀ ਹੈ ਜੀ, ਹਾਈ ਸਪੀਡ ਨੈੱਟ ਦੇ ਰਹੀ ਹੈ, ਉਸੇ ਫਾਈਬਰ 'ਤੇ ਤੁਸੀਂ ਆਪਣਾ ਟੈਲੀਫੋਨ ਵੀ ਚਲਾ ਸਕਦੇ ਹੋ ਵਿਦਆਊਟ। ਹੁਣ ਕੀ ਹੋ ਰਿਹਾ ਇਸ ਟਾਈਮ, ਅਸੀਂ ਸਾਰਿਆਂ ਨੇ ਇਹਨਾਂ ਨੂੰ ਕਾਫੀ ਲੈਟਰਸ ਵੀ ਲਿਖੇ, ਇਹਨਾਂ ਨਾਲ ਮੀਟਿੰਗਸ ਵੀ ਕੀਤੀਆਂ, ਇਹਨਾਂ ਨੇ ਕੁਲਵੰਤ ਸਿੰਘ ਨੇ ਸਾਡੀ ਕੋਈ ਨਹੀਂ ਸੁਣੀ। ਅੱਜ ਦੀ ਡੇਟ 'ਚ ਵੀ ਮੀਟਿੰਗਸ ਹੀ ਹੋ ਰਹੀਆਂ ਨੇ, ਪਰਮਿਸ਼ਨ ਕੋਈ ਨਹੀਂ ਹੋ ਰਹੀ। ਜੇ ਪਰਮਿਸ਼ਨ ਨਹੀਂ ਹੁੰਦੀ ਕੁਝ ਨਹੀਂ ਹੋ ਸਕਦਾ, ਕਿਉਂਕਿ ਇਹ ਓਨਰ ਹੈ, ਇਹ ਪਰਮਿਸ਼ਨ ਨਹੀਂ ਦੇ ਰਿਹਾ ਜੀ। ਇਸ ਦੇ ਕਰਕੇ ਅਸੀਂ ਕਾਫੀ ਵਾਰੀ ਜਿਹੜੇ ਲੋਕਲ MLA ਉਹਨਾਂ ਨੂੰ ਵੀ ਅਪਰੋਚ ਕੀਤਾ, ਪਰ ਹੋਇਆ ਕੁਝ ਨਹੀਂ, ਔਨ ਗਰਾਊਂਡ ਕੁਝ ਨਹੀਂ ਹੋ ਰਿਹਾ ਜੀ। ਇਹ ਹੈ ਜੀ। ਆਮ ਆਦਮੀ ਪਾਰਟੀ ਦਾ ਤੇ ਕਹਿਣਾ ਹੈ ਕਿ ਸਾਨੂੰ ਪੰਜਾਬ ਵਿੱਚ ਲਿਆਓ, ਆਪਾਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ, ਔਰਤਾਂ ਨੂੰ 1000 ਰੁਪਇਆ ਦੇਵਾਂਗੇ, ਬਿਜਲੀ ਭਰਪੂਰ ਦੇਵਾਂਗੇ, ਤੁਹਾਨੂੰ ਹਰ ਮਸਲਾ ਹੱਲ ਹੋਵੇਗਾ। ਕੀ ਕਹਿਣਾ ਚਾਹੋਗੇ ਤੁਸੀਂ? ਕੁਲਵੰਤ ਸਿੰਘ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ। ਚਲੋ ਅਸੀਂ ਪੋਲੀਟੀਕਲੀ ਤਾਂ ਕੁਝ ਨਹੀਂ ਬੋਲਦੇ, ਪਰ ਇਹ ਹੈ, ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਬੰਦਾ ਆਪਣਾ ਜਿਹੜਾ ਡਿਵੈਲਪ ਕੀਤਾ ਸੈਕਟਰ ਹੀ ਨਹੀਂ ਸਵਾਰ ਸਕਦਾ, ਉਹ ਪੂਰੀ ਸਾਰੇ ਮੋਹਾਲੀ ਦਾ ਕੀ ਸਵਾਰੇਗਾ ਜੀ। ਇਸ ਚੀਜ਼ ਦੀ ਬੜੀ ਹੈਰਾਨਗੀ ਹੈ। ਪਤਾ ਨਹੀਂ ਆਮ ਆਦਮੀ ਪਾਰਟੀ ਨੇ ਕਿਵੇਂ ਲਿਆ, ਇਹਨਾਂ ਨੂੰ ਕੀ ਸੋਚ ਕੇ ਲਿਆ, ਅਸੀਂ ਇਹ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਪਰ ਪਿਛਲੇ 11 ਸਾਲ ਤੋਂ ਇਹ ਸੈਕਟਰ ਨਾਲ 82 ਸੈਕਟਰ 82 ਦਾ ਵੀ ਤੁਸੀਂ ਜਾ ਕੇ ਪਤਾ ਕਰੋ, ਇੰਨਾ ਬੁਰਾ ਹਾਲ ਹੈ। ਇੱਥੇ ਹਮੇਸ਼ਾ ਹੀ ਪਾਣੀ ਦੀ ਪ੍ਰੋਬਲਮ ਰਹਿੰਦੀ, ਹਮੇਸ਼ਾ ਹੀ ਸੀਵਰੇਜ ਦੀ ਪ੍ਰੋਬਲਮ ਰਹਿੰਦੀ, ਹਮੇਸ਼ਾ ਹੀ ਬਿਜਲੀ ਦੀ ਪ੍ਰੋਬਲਮ। ਇਹਨਾਂ ਕੋਲੋਂ ਇਹੀ ਪ੍ਰੋਬਲਮ ਨਹੀਂ ਸੋਲਵ ਹੋਈ। ਤੇ ਤੁਸੀਂ ਇਹਦੇ ਲਈ ਕੁਝ ਆਵਾਜ਼ ਚੱਕੀ ਹੈ? ਅਸੀਂ ਜੀ ਦੇਖੋ, ਮੈਂ ਮੀਡੀਆ ਦੇ ਵਿੱਚ ਹਮੇਸ਼ਾ ਹੀ ਇਹਨਾਂ ਨੂੰ ਅਸੀਂ ਕਹਿੰਦੇ ਰਹਿੰਦੇ ਆ, ਬੋਲਦੇ ਰਹਿੰਦੇ, ਪਰ ਇਹਨਾਂ ਦੇ ਕੋਈ ਅਸਰ ਨਹੀਂ ਇਸ ਚੀਜ਼ ਦਾ। ਅਸੀਂ ਇਹਨਾਂ ਕੋਲੋਂ ਟਾਈਮ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਅੱਜ ਤੱਕ ਸਾਨੂੰ ਟਾਈਮ ਨਹੀਂ ਦਿੰਦੇ। ਅਸੀਂ ਫੋਨ ਕਰਦੇ ਹਾਂ, ਅਸੀਂ ਜਾਂ ਅਗਰ ਬਿਨਾਂ ਟਾਈਮ ਲੈ ਕੇ ਉਹ ਚੱਲ ਜਾਂਦੇ, ਸਾਨੂੰ ਟਾਈਮ ਨਹੀਂ ਦਿੰਦੇ ਇਹ ਜੀ।
ਅਸੀਂ ਸਾਡੀ ਕੋਈ ਇਹਨਾਂ ਨਾਲ ਕੋਈ ਪਰਸਨਲ ਕੋਈ ਦੁਸ਼ਮਣੀ ਨਹੀਂ ਜੀ। ਅਸੀਂ ਇਹਨਾਂ ਨੂੰ ਸ਼ੁਰੂ ਤੋਂ ਹੀ ਜਦੋਂ ਸੈਕਟਰ 'ਚ ਅਸੀਂ ਡਿਵੈਲਪ ਹੋਇਆ ਉਦੋਂ ਅਸੀਂ 5 ਘਰ ਸੀ ਜਦੋਂ ਅਸੀਂ ਆਏ ਸੀ ਨਵੇਂ। ਜਦ ਤੁਸੀਂ ਜਾਂਦੇ ਹੋ ਇਹਨਾਂ ਕੋਲ ਇਹ ਮਸਲੇ ਲੈ ਕੇ ਤੇ ਇਹਨਾਂ ਦਾ ਜਵਾਬ ਕੀ ਹੁੰਦਾ ਹੈ? ਇਹਨਾਂ ਦਾ ਜਵਾਬ ਹੁੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਚੱਲਿਆ ਜੀ ਬਸ, ਅੱਛਾ ਜੀ। ਮੇਰੇ ਕੋਲ ਟਾਈਮ ਹੀ ਨਹੀਂ ਹੈ। ਰੈਜ਼ੀਡੈਂਟ ਜਾਂਦੇ ਆ। ਤੁਹਾਨੂੰ ਮੈਂ ਇੱਕ ਇਨਸੀਡੈਂਟ ਦੱਸਾਂ, ਜਦੋਂ ਸਟਾਰਟਿੰਗ 'ਚ ਇੱਕ ਡਾਕਟਰ ਸੀਗੇ, ਉਹ ਗਏ ਜੀ ਆ ਮੇਰੀ ਪ੍ਰੋਬਲਮ ਹੈ ਇਹਨੂੰ ਸੋਲਵ ਕਰ ਦਿਓ, ਠੀਕ ਹੈ ਜੀ। ਇਹਨਾਂ ਨੇ ਕੀ ਕੀਤਾ, ਕਹਿੰਦੇ ਜੀ ਤੁਸੀਂ ਬਾਹਰ ਗਰਗ ਸਾਹਿਬ ਮੇਰੇ ਜੀਐਮ ਉਹਨੂੰ ਮਿਲ ਲਓ। ਉਹ ਜੀਐਮ ਸਾਹਿਬ ਕਹਿੰਦੇ ਜੀ ਮੇਰੇ ਕੋਲ ਇਹ ਮੇਰੇ ਵਾਸਤੇ ਦੀ ਗੱਲ ਨਹੀਂ, ਤੁਸੀਂ ਐਮਡੀ ਸਾਹਿਬ ਨੂੰ ਮਿਲ ਲਓ ਕੁਲਵੰਤ ਸਿੰਘ ਜੀ ਨੂੰ। ਜਦੋਂ ਉਹ ਵਿਚਾਰੇ ਇਹਨਾਂ ਕੋਲ ਗਏ ਐਮਡੀ ਸਾਹਿਬ ਕੋਲ, ਇਹਨਾਂ ਨੇ ਉਹ ਆਪਣਾ ਸਿਕਿਉਰਿਟੀ ਗਾਰਡ ਬੁਲਾ ਕੇ ਉਹਨੂੰ ਬਾਹੋਂ ਫੜ ਕੇ ਦਫ਼ਤਰ ਤੋਂ ਬਾਹਰ ਕੱਢਤਾ। ਹੁੰਦਾ ਕੀ ਹੈ ਅਸਲ 'ਚ ਸਾਡੇ ਸੈਕਟਰ 'ਚ ਵੀ ਕੀ ਪ੍ਰੋਬਲਮ ਹੈ ਕਿ ਲੋਕੀ ਡਰਦੇ ਬੋਲਦੇ ਨਹੀਂ ਹੈ। ਜਿਹੜਾ ਬੋਲਦਾ ਉਹਨੂੰ ਇਹ ਥ੍ਰੈਟ ਕਰਦੇ ਨੇ। ਮੈਨੂੰ ਵੀ ਬੜੀ ਵਾਰੀ ਥ੍ਰੈਟ ਕਰ ਚੁੱਕੇ ਨੇ ਇਹ। ਕੀ ਕਹਿ ਕੇ ਥ੍ਰੈਟ ਕਰਦੇ ਨੇ? ਬਸ ਬੰਦਾ ਬਣ ਜਾ, ਨਹੀਂ ਤਾਂ ਬੰਦਾ ਬਣਾ ਦਾਂਗੇ, ਇਹ ਇਹਨਾਂ ਦੀ ਵਰਡਿੰਗ ਹੁੰਦੀ ਹੈ। ਮੇਰੇ ਘਰ ਵੀ ਕਈ ਵਾਰੀ ਮੈਂ ਆਪਣੇ ਰੈਜ਼ੀਡੈਂਟਸ ਨੂੰ ਮੇਰੇ ਨੂੰ ਪਤਾ ਕਿ ਇਹਨਾਂ ਨੇ ਕੁਝ ਐਕਸ਼ਨ ਵੀ ਲੈਂਦੇ ਨੇ? ਕੁਝ ਐਕਸ਼ਨ ਕੁਛ ਨਹੀਂ, ਬਸ ਡਰਾ ਦਿੰਦੇ ਨੇ, ਥ੍ਰੈਟ ਕਰਦੇ ਨੇ ਜੀ। ਜਾਂ ਕਰਦੇ ਕੀ ਨੇ, ਤੁਹਾਨੂੰ ਨੋਟਿਸ ਭੇਜ ਦੇਣਗੇ, ਤੁਹਾਡੇ ਘਰ ਦੇ ਅੱਗੇ ਟੋਏ ਪੁੱਟਣੇ ਸ਼ੁਰੂ ਕਰ ਦੇਣਗੇ। ਜਿਹੜਾ ਬੰਦਾ ਬੋਲਦਾ ਉਹਦੇ ਨਾਲ ਇਹੋ ਹੀ ਹੁੰਦਾ ਜੀ। ਅੱਛਾ ਜੀ। ਉਹਦੇ ਘਰ ਦੇ ਅੱਗੇ ਟੋਏ ਪੁੱਟਣਗੇ, ਉਹਨੂੰ ਆਹ ਇਲੀਗਲ ਕਰ ਰਹੇ ਹੋ ਜੀ, ਆਹ ਇਲੀਗਲ ਕਰ ਰਹੇ ਹੋ, ਇਹੋ ਹੀ ਥ੍ਰੈਟ ਕਰਦੇ ਆ ਇਹ ਜੀ। ਅੱਛਾ। ਹਾਂ, ਲੋਕੀ ਫਿਰ ਡਰਦੇ ਬੋਲਦੇ ਨਹੀਂ ਹੈ। ਮਤਲਬ ਜੇ ਆਮ ਪਬਲਿਕ ਜੇ ਮਸਲੇ ਲਈ ਲੈ ਕੇ ਜਾਵੇ ਤੇ ਉਸ ਨੂੰ ਹੋਰ ਜ਼ਿਆਦਾ ਮਸਲਿਆਂ ਦਾ ਸਾਹਮਣਾ ਕਰਨਾ ਉਹਨੂੰ ਪੈਂਦਾ। ਹੋਰ ਜ਼ਿਆਦਾ ਮਸਲਿਆਂ ਦਾ ਸਾਹਮਣਾ ਕਰਦਾ। ਐਗਜ਼ੈਕਟਲੀ। ਆ ਬੱਚੇ ਦੇਖੋ ਸਾਡੇ, ਆ ਇੰਟਰਨੈਟ ਤੋਂ ਇਹਨਾਂ ਦੀ ਇੰਨੀ ਜ਼ਬਰਦਸਤ ਪ੍ਰੋਬਲਮ ਹੈ, ਪਰਮਿਸ਼ਨ ਨਹੀਂ ਦੇ ਰਹੇ। ਪਹਿਲਾਂ ਮੈਂ ਐਕਚੁਅਲੀ ਜਦੋਂ ਨਵੇਂ ਅਸੀਂ ਆਏ ਸੀਗੇ, ਮੈਂ ਪ੍ਰੈਜ਼ੀਡੈਂਟ ਸੀਗਾ ਸੈਕਟਰ ਦਾ। ਅੱਛਾ ਜੀ। ਠੀਕ ਹੈ ਜੀ। ਤੇ ਇਹਨਾਂ ਨੂੰ ਹੁਣ ਜੇ ਮੈਂ ਹੁਣ ਬੋਲਾਂਗਾ ਜੇ ਮੈਨੂੰ ਪ੍ਰੋਬਲਮ ਹੈ, ਹੁਣ ਸੜਕਾਂ 11 ਸਾਲ ਸੜਕਾਂ ਨਹੀਂ ਬਣੀਆਂ ਜੀ, ਅਸੀਂ ਇਹਨਾਂ ਨੂੰ ਕਹਿੰਦੇ ਆ ਕੋਈ ਐਕਸ਼ਨ ਨਹੀਂ। ਹੁਣ ਮੈਂ ਬੋਲਾਂਗਾ ਮੇਰੇ ਤੇ ਐਕਸ਼ਨ ਸ਼ੁਰੂ ਹੋ ਜਾਂਦਾ ਇਹਨਾਂ ਦਾ ਜੀ, ਥ੍ਰੈਟ ਕਰਨਗੇ ਬਸ। ਇਹ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਮੈਡਮ? ਮੈਮ ਬਸ ਇਹੀ ਕਹੂੰ ਕਿ ਸਾਨੂੰ ਇੱਥੇ ਰਹਿੰਦੇ ਨੂੰ 10 ਸਾਲ ਹੋ ਗਏ ਤੇ 10 ਸਾਲ ਦੇ ਵਿੱਚ ਵੀ ਇਹੀ ਸੇਮ ਪ੍ਰੋਬਲਮਸ ਆ ਰਹੀਆਂ। ਬਟ 32 ਘੰਟੇ ਬਹੁਤ ਹੁੰਦੇ ਆ, ਲਾਈਟ ਦਾ 3 ਦਿਨ ਤੋਂ ਰੈਗੂਲਰ ਜਾਣਾ। ਚਲੋ ਲਾਈਟ ਤਾਂ ਗਈ ਹੈ, ਉੱਤੋਂ ਪਾਣੀ ਦੀ ਪ੍ਰੋਬਲਮ ਵੀ ਹੈਗੀ ਆ, ਉੱਪਰ ਤੁਸੀਂ ਕਿਸੇ ਨੂੰ ਕਾਲ ਤੱਕ ਨਹੀਂ ਕਰ ਸਕਦੇ। ਕਾਲ ਇਹ ਬਿਲਕੁਲ ਹੀ ਬੈਨ ਕਲੋਜ਼ ਕਰ ਦਿੰਦੇ ਆ ਕਿ ਤੁਹਾਡੇ ਉੱਤੇ ਮੋਬਾਈਲ ਦੇ ਉੱਤੇ ਨੈਟਵਰਕ ਦਾ ਸਾਈਨ ਵੀ ਨਹੀਂ ਆਉਂਦਾ। ਅੱਛਾ ਜੀ। ਸਾਈਨ ਤੁਸੀਂ ਕਾਲ, ਜੇ ਤੁਸੀਂ ਫੋਨ ਤੋਂ ਕਾਲ ਵੀ ਨਹੀਂ ਕਰ ਸਕਦੇ ਤੇ ਫਿਰ ਕਿਵੇਂ ਹੁੰਦਾ ਹੈ? ਕੁਝ ਵੀ ਨਹੀਂ ਹੁੰਦਾ, ਅਸੀਂ ਬੈਠੇ ਰਹਿੰਦੇ ਆ ਹੱਥ ਧਰ ਕੇ। ਹੁਣ ਜਿਵੇਂ ਸਾਡੇ ਸੈਕਟਰ ਦੇ ਪ੍ਰਧਾਨ ਜੀ ਨੇਗੇ, ਜਿਵੇਂ ਠੀਕ ਹੈ ਜੋ ਵੀ ਆ, ਅਸੀਂ ਰਿਕੁਐਸਟ ਕੀਤੀ ਆ ਕੱਲ, ਹਨਾ, ਬਟ ਸਾਡੀ ਰਿਕੁਐਸਟ ਐਕਸੈਪਟ ਨਹੀਂ ਕੀਤੀ ਗਈ। ਜੋ ਵੀ ਆ ਲੇਟਰ ਔਨ ਹੋਈ ਆ, ਬਟ ਸਾਡੇ ਨਾਲ ਰੂਡ ਬਿਹੇਵ ਕੀਤਾ ਉਹਨਾਂ ਨੇ। ਅੱਛਾ। ਅਸੀਂ ਮਤਲਬ ਲਾਈਕ ਮਿਸਬਿਹੇਵ ਕੀਤਾ, ਗਾਲਾਂ ਕੱਢੀਆਂ, ਲਾਈਕ ਇਹ ਕੋਈ ਸੈਂਸ। ਗਾਲਾਂ ਵੀ ਕੱਢੀਆਂ ਉਹਨਾਂ ਨੇ? ਬਿਲਕੁਲ ਕੱਢੀਆਂ ਨੇ, ਸੁਣੀਆਂ ਨੇ, ਗਾਲਾਂ ਵੀ ਕੱਢੀਆਂ ਨੇ। ਅਸੀਂ ਰਿਕੁਐਸਟ ਲੈ ਕੇ ਆ ਰਹੇ ਹਾਂ ਤੁਹਾਡੇ ਕੋਲੇ ਕਿ ਤੁਸੀਂ ਐਟਲੀਸਟ ਸਾਡੀ ਗੱਲ ਤਾਂ ਸੁਣੋ। ਇਗਨੋਰ ਕਰ ਰਹੇ ਹੋ, ਹਾਂਜੀ ਟਾਈਮ ਨਹੀਂ ਹੈਗਾ ਸਾਡੇ ਕੋਲੇ, ਅਸੀਂ ਆ ਨਹੀਂ ਕਰ ਸਕਦੇ। ਸਾਰੇ ਲੋਕ ਇੱਥੇ ਹੱਥ ਤੇ ਹੱਥ ਧਰ ਕੇ ਬੈਠੇ ਨੇ, ਲਾਈਟ ਨਹੀਂ ਹੈਗੀ, ਬਿਲਕੁਲ ਨੈਟ ਬੰਦ ਆ, ਪਾਣੀ ਦੀ ਪ੍ਰੋਬਲਮ ਆ ਰਹੀ, ਤੁਸੀਂ ਕੁਝ ਨਹੀਂ ਕਰ ਸਕਦੇ, ਨਥਿੰਗ, ਦੈਟਸ ਇਟ। ਸਾਨੂੰ ਬਸ ਇਹੀ ਹੈ ਕਿ ਸਾਡੇ ਸੈਕਟਰ ਦਾ ਸੁਧਾਰ ਹੋਵੇ, ਬਹੁਤ ਹੀ ਜ਼ੀਰੋ ਲੈਵਲ ਤੇ ਰਾਈਟ ਨਾਓ। ਬੀਇੰਗ ਅ ਯੰਗਸਟਰ ਕੁਝ ਕਹਿਣਾ ਚਾਹੋਗੇ ਕਿ ਮਤਲਬ ਜਿਸ ਤਰ੍ਹਾਂ ਇਹ ਹੈਗੇ ਨੇ ਆਮ ਆਦਮੀ ਪਾਰਟੀ ਤੋਂ, ਆਮ ਆਦਮੀ ਪਾਰਟੀ ਜਿਹੜੇ ਯੁਵਾ ਨੇ ਪੰਜਾਬ ਦੇ, ਉਹਨਾਂ ਨੂੰ ਵੀ ਬੜੇ ਵਾਅਦੇ ਕਰਦੇ ਨੇ ਕਿ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਤੁਹਾਨੂੰ ਇੱਥੇ ਹੀ ਰੋਜ਼ਗਾਰ ਦਿਵਾਵਾਂਗੇ। ਤੇ ਕੁਝ ਨਹੀਂ ਹੈਗਾ ਮੈਮ, ਹਜੇ ਇਹ ਜਿਹਾ ਕੁਝ ਨਹੀਂ। ਜਦੋਂ ਹੋਏਗਾ ਦੈਨ ਅਸੀਂ ਐਕਸੈਪਟ ਕਰਾਂਗੇ ਇਸ ਚੀਜ਼ ਨੂੰ। ਫਿਲਹਾਲ ਤਾਂ ਹਜੇ ਇਹ ਜਿਹਾ ਕੁਝ ਨਹੀਂ ਹੈਗਾ, ਦੈਟਸ ਇਟ। ਬਿਜਲੀ ਨਹੀਂ ਆ ਰਹੀ ਹੈ? ਬਿਜਲੀ ਨਾ ਆਉਣ ਕਰਕੇ ਤਾਂ ਸਾਰੀਆਂ ਪ੍ਰੋਬਲਮਸ ਨੇ ਮੈਮ। ਤੁਸੀਂ ਕਾਲ ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਫੋਨ ਤੱਕ, ਨਾ ਤੁਹਾਨੂੰ ਕਾਲ ਆ ਸਕਦੀ ਹੈ ਨਾ ਤੁਸੀਂ ਕਾਲ ਕਰ ਸਕਦੇ ਹੋ। ਥੋੜਾ ਬਿਨਾਂ ਪਾਣੀ ਤੋਂ ਕਿਵੇਂ ਸਰ ਰਿਹਾ ਹੈ ਫਿਰ? ਬਿਨਾਂ ਪਾਣੀ ਤੋਂ ਮੁਸ਼ਕਿਲ ਹੈ ਮੈਮ, ਤੁਹਾਨੂੰ ਪਤਾ ਠੰਡ ਹੈ, ਕੁਝ ਵੀ ਨਹੀਂ ਹੋ ਸਕਦਾ। ਪਾਣੀ ਘੱਟ ਆ ਰਿਹਾ, ਵੱਧ ਆ ਰਿਹਾ, ਆ ਹੀ ਨਹੀਂ ਰਿਹਾ ਹੈਗਾ। ਤੁਸੀਂ ਕੋਈ ਮਤਲਬ ਕੋਈ ਮੋਟਰ ਨਹੀਂ ਚਲਾ ਸਕਦੇ, ਲਾਈਟ ਹੀ ਨਹੀਂ ਹੈਗੀ, ਤੁਸੀਂ ਕੁਝ ਨਹੀਂ ਕਰ ਸਕਦੇ। ਸਾਰਾ ਮਤਲਬ ਲਾਈਕ ਓਵਰ ਹੈ। ਥੋੜਾ ਬਹੁਤ ਵੀ ਇੱਕ ਮਤਲਬ 5 ਘੰਟੇ ਲਾਈਟ ਆਂਦੀ ਨਹੀਂ ਹੈ ਤਾਂ 2 ਮਿੰਟ ਆਂਦੀ ਹੈ ਫਿਰ ਕੱਟ ਲੱਗ ਜਾਂਦਾ, 2 ਮਿੰਟ ਆਂਦੀ ਹੈ ਫਿਰ ਕੱਟ ਲੱਗ ਜਾਂਦਾ ਵਾ। ਸੜਕਾਂ ਤੇ ਪਾਣੀ ਭਰਿਆ ਪਿਆ ਵਾ, ਜੇ ਬਾਰਿਸ਼ ਆਂਦੀ ਹੈ ਤਾਂ ਪਾਣੀ ਭਰ ਜਾਂਦਾ ਵਾ ਬਹੁਤ ਜ਼ਿਆਦਾ। ਤੁਸੀਂ ਦੇਖੋ ਸੜਕਾਂ ਤੇ ਵੱਡੇ ਵੱਡੇ ਟੋਏ ਬਣੇ ਹੋਏ ਨੇ। ਸੈਕਟਰ ਪੌਸ਼ ਏਰੀਆ ਇਹ, ਤੁਸੀਂ ਇਹਦੀ ਐਂਟਰੈਂਸ ਹੀ ਦੇਖ ਲਓ ਕਿੱਦਾਂ ਦੀ ਹੈ। ਹਾਂਜੀ ਸਰ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਪਵਨ ਕੁਮਾਰ ਸਿੰਗਲਾ ਜੀ। ਅੱਛਾ, ਤੇ ਕੀ ਕਹਿਣਾ ਚਾਹੋਗੇ ਤੁਸੀਂ? 3 ਦਿਨ ਲਗਾਤਾਰ ਬਿਜਲੀ ਆ ਨਹੀਂ ਰਹੀ ਹੈ। ਅਸੀਂ ਇਹ ਚਾਹੁੰਦੇ ਆ ਵੀ ਸਾਡੇ ਸੈਕਟਰ ਦੀ ਜਿਹੜੀ ਡਿਵੈਲਪਮੈਂਟ ਦੀ ਲੋੜ ਆ, ਹੋਣੀ ਚਾਹੀਦੀ ਹੈ, ਜ਼ਰੂਰ ਹੋਣੀ ਚਾਹੀਦੀ ਆ। ਰੋਡਸ ਦੇ ਕਾਰਪੈਟ ਪੈਣੀ ਚਾਹੀਦੀ ਆ। ਬਾਕੀ ਜਿਹੜੇ ਪਾਰਟੀ ਸੁਪਰੀਮੋ ਆਪ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਆ ਕੁਲਵੰਤ ਸਿੰਘ ਜੀ, ਇੱਥੋਂ ਸਾਡੇ ਮੁਹਾਲੀ ਤੋਂ ਕੰਟੈਸਟ ਕਰ ਰਹੇ ਆ। ਕੇਜਰੀਵਾਲ ਸਾਨੂੰ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਕਹਿਣ ਤੇ ਸਾਡੇ ਜਿਹੜੇ ਇਸ ਇਲਾਕੇ ਦੀਆਂ ਪ੍ਰੋਬਲਮਸ ਆ ਉਹਨੂੰ ਦੂਰ ਕਰਨ। ਲੋਕਾਂ ਤੁਹਾਨੂੰ ਲੱਗਦਾ ਹੈ ਉਹ ਸੁਣਨਗੇ? ਬਿਲਕੁਲ ਸੁਣਨਾ ਚਾਹੀਦਾ, ਸੁਣਨਗੇ ਵੀ ਜ਼ਰੂਰ ਸੁਣਨਗੇ। ਪ੍ਰੋਬਲਮਾਂ ਦੂਰ ਹੋਣੀ ਚਾਹੀਦੀਆਂ ਲੋਕਾਂ 'ਚ ਜਿਹੜੀਆਂ ਪ੍ਰੋਬਲਮਸ। ਜੇ ਤੁਹਾਡੇ ਜਿਨ੍ਹਾਂ ਦਾ ਇੱਥੇ ਹੈਗਾ ਹੈ
ਬਿਲਡਰ ਨੇ ਹਨਾ, ਤੇ ਉਹ ਦੂਸਰੀ ਕਿਸੇ ਕੰਪਨੀ ਨੂੰ ਇੱਥੇ ਨੈਟ ਕਿਉਂ ਨਹੀਂ ਚਲਾਉਣ ਦਿੰਦੇ, ਕਿਉਂ ਨਹੀਂ? ਉਹਨਾਂ ਨੂੰ ਪਤਾ ਜੀ, ਉਹਨਾਂ ਦੀ ਆਪਣੀ ਮੋਨੋਪੋਲੀ ਇੱਥੇ ਨੈਟ ਚੱਲਦਾ ਉਹਨਾਂ ਦਾ ਫਿਰ ਆਪਣਾ। ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਉਸ ਤੋਂ ਉੱਪਰ ਉਹ ਸੁਣਨਗੇ? ਲੋਕਾਂ ਨੂੰ ਨਹੀਂ ਜਦੋਂ ਪ੍ਰੈਸ਼ਰ ਪਊ, ਤੁਹਾਡਾ ਪ੍ਰੈਸ਼ਰ ਪਊਗਾ, ਪਬਲਿਕ 'ਚ ਗੱਲ ਜਾਊਗੀ ਤੇ ਕੰਮ ਹੋਊਗਾ ਲੋਕਾਂ ਦਾ। ਕੇਜਰੀਵਾਲ ਸਾਹਿਬ ਧਿਆਨ ਦੇਣਗੇ, ਸਪੈਸ਼ਲੀ ਇਹਨੂੰ ਕਹਿਣਗੇ ਤਾਂ ਕੰਮ ਹੋਣਾ ਚਾਹੀਦਾ। ਉਮੀਦ ਹੈ ਤੁਹਾਨੂੰ ਹੋਏਗਾ, ਕਿਉਂਕਿ ਜੇ ਹੁਣ ਤੁਹਾਡੀ ਆਵਾਜ਼ ਉਹਨਾਂ ਤੱਕ ਜਾ ਸਕਦੀ ਹੈ, ਉਹਨਾਂ ਤੋਂ ਉੱਪਰ ਆਵਾਜ਼ ਜਾ ਸਕਦੀ ਹੈ, ਪਰ ਜੇ ਉਹ ਕੰਮ ਨਹੀਂ ਕਰ ਰਹੇ ਤੇ ਫਿਰ ਉਹਨਾਂ ਤੋਂ ਉੱਪਰ ਕਿਵੇਂ ਸੁਣ ਲੈਣਗੇ? ਕਮੇਟੀ ਐਮਸੀ ਦੇ ਅੰਡਰ ਜਾ ਰਿਹਾ ਸੈਕਟਰ ਪਊਗਾ, ਜੇ ਕਰਨਗੇ ਤਾਂ ਵਧੀਆ ਗੱਲ ਹੈ, ਇਹਨਾਂ ਦੀ ਵਾਹਵਾ ਹੋ ਜਾਣੀ ਹੈ। ਨਹੀਂ ਇਲੈਕਸ਼ਨ ਜਿਹਨਾਂ ਨੂੰ ਪੇ ਕਰਨਾ ਪੈਣਾ, ਜੇ ਨਹੀਂ ਕਰਨਗੇ ਲੋਕਾਂ ਦੇ ਕੰਮ। ਠੀਕ ਹੈ, ਥੈਂਕ ਯੂ। ਤੁਹਾਡਾ ਕੀ ਨਾਮ ਹੈ ਸਰ? ਹਰਬਿੰਦਰ ਸਿੰਘ, ਲੈਕਚਰਰ ਰਿਟਾਇਰਡ। ਅੱਛਾ ਜੀ, ਤੇ 3 ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਹੈ, ਕੀ ਕੁਝ ਸਮੱਸਿਆ ਹੈ ਤੁਹਾਨੂੰ? ਨਹੀਂ, ਜਿਹੜੀ ਮੇਨ ਪ੍ਰੋਬਲਮ ਹੈ ਵੈਸੇ ਤਾਂ ਇਹਨਾਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੈ, ਪਰ ਐਕਚੁਅਲੀ ਬੱਚਿਆਂ ਦੀਆਂ ਕਲਾਸਿਸ ਅੱਜ ਕੱਲ੍ਹ ਆਨਲਾਈਨ ਲੱਗਦੀਆਂ। ਆਨਲਾਈਨ ਬਿਜਲੀ ਨਾ ਹੋਣ ਕਰਕੇ ਉਹਨਾਂ ਦੇ ਜਿਹੜੇ ਮਤਲਬ ਫੋਨ ਵਗੈਰਾ ਹੈਗੇ ਆ, ਜੋ ਵੀ ਹੈ ਚਾਰਜ ਨਹੀਂ ਹੁੰਦੇ। ਕਾਲ ਵੀ ਨਹੀਂ ਜਾ ਰਹੀ? ਕਾਲਸ ਵੀ ਦੀ ਸਮੱਸਿਆ ਵੀ ਹੁੰਦੀ ਹੈ ਮੋਸਟਲੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਜਲੀ ਨਹੀਂ ਆ ਰਹੀ ਹੈ, ਲੋਕਾਂ ਨੂੰ ਸੜਕ ਦਾ ਮਸਲਾ ਹੈ, ਬਹੁਤ ਸਾਰੇ ਮਸਲੇ ਨੇ ਇੱਥੇ, ਪੌਸ਼ ਏਰੀਆ ਹੈ, ਫਿਰ ਵੀ ਕੁਝ ਕਹਿਣਾ ਚਾਹੋਗੇ ਤੁਸੀਂ? ਓਬਵੀਅਸਲੀ ਐਕਚੁਅਲੀ ਮੈਨੂੰ ਆਲਰੇਡੀ ਆਈ ਸੀ ਵੋਟਸ ਲੈਣ ਵਾਸਤੇ, ਸਾਡੇ ਕੁਲਵੰਤ ਸਿੰਘ ਹੈਗੇ ਨੇ ਆਪਣੇ ਹਾਂ, ਆਮ ਆਦਮੀ ਪਾਰਟੀ, ਤਾਂ ਮੈਂ ਉਹੀ ਉਹਨਾਂ ਨੂੰ ਕਿਹਾ ਸੀ ਕਿ ਪਹਿਲੇ ਸਾਡੇ 91 ਸੈਕਟਰ ਦਾ ਸੁਧਾਰ ਕਰੋ ਪਲੀਜ਼, ਕਿਉਂਕਿ ਸਾਡੇ ਪੌਸ਼ ਇਲਾਕਾ ਹੈ, ਸਾਡੀ ਫੈਮਲੀਜ਼ ਅੱਛੀਆਂ ਆਉਂਦੀਆਂ ਨੇ, ਔਰ ਮੋਸਟਲੀ ਆਪਾਂ ਕਹਿ ਸਕਦੇ VIP ਤਾਂ ਹੈ ਹੀ ਹੈ ਮੋਸਟਲੀ। ਸੋ ਇਹ ਕੀ ਮਤਲਬ ਕਮ ਸੇ ਕਮ ਰੋਡਸ ਔਰ ਲਾਈਟਸ ਦਾ ਮੇਨ ਤਾਂ ਇਹ ਹੈਗਾ ਆਪਣਾ। ਬਾਕੀ ਬੱਚਿਆਂ ਵਾਸਤੇ ਦੇਖੋ ਹੁਣ ਤੱਕ ਤਾਂ ਦੇਖੋ ਇਨਵੇਟਰ ਚੱਲ ਰਹੇ ਨੇ, ਪਰ ਕਿੰਨੀ ਦੇਰ ਤੱਕ ਚੱਲਣਗੇ? ਜਨਰੇਟਰ ਚੱਲ ਰਹੀ, ਪਰ ਕਿੰਨੀ ਦੇਰ ਤੱਕ ਚਲਾਵਾਂਗੇ ਆਪਾਂ? ਸਾਡਾ ਇਲਾਕਾ ਜਿਸ ਹਿਸਾਬ ਦਾ ਹੈਗਾ, ਸਾਨੂੰ ਇਲੈਕਟ੍ਰਿਸਿਟੀ ਤਾਂ ਬਹੁਤ ਜ਼ਰੂਰੀ ਹੈ। ਠੀਕ ਹੈ, ਬਾਕੀ ਇਨਡੋਰ ਐਕਟੀਵਿਟੀਜ਼ ਬੱਚਿਆਂ ਵਾਸਤੇ, ਕੋਈ ਬੱਚਿਆਂ ਵਾਸਤੇ ਸੋਚੋ, ਛੋਟੇ ਬੱਚਿਆਂ ਵਾਸਤੇ ਸਾਡੇ 3 ਪਾਰਕਸ ਨੇ, ਅਗਰ ਤੁਸੀਂ ਦੇਖੋਗੇ ਨਾ ਕੋਈ ਵੀ ਚੱਜ ਦਾ ਝੂਲਾ ਨਹੀਂ ਲੱਗਿਆ ਹੋਇਆ। ਰਾਈਡਸ ਜਿਮਿੰਗ ਜਿਹੜੇ ਉਹ ਹੁੰਦੇ ਆ, ਇਕਵਿਪਮੈਂਟਸ ਹੁੰਦੇ ਆ, ਰਾਈਡਸ ਵਗੈਰਾ ਐਟਲੀਸਟ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ। ਇੱਕ ਅੱਛੀ ਸਿਟਿੰਗ ਏਰੀਆ ਹੋਣਾ ਚਾਹੀਦਾ ਬਜ਼ੁਰਗਾਂ ਵਾਸਤੇ। ਸਾਡੇ ਏਰੀਆ ਇੰਨੇ ਅੱਛਾ ਪਾਰਕ ਅੱਛੇ ਹੋਣੇ ਚਾਹੀਦੇ ਜਿੱਥੇ ਕਮ ਸੇ ਕਮ ਬੈਠ ਸਕੀਏ, ਅਸੀਂ ਸਾਰੇ ਵਾਕ ਕਰ ਸਕੀਏ। ਹੋਰ ਇੱਥੇ ਹੋਰ ਲਾਈਕ ਹੋਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਕਿ ਜਿੱਦਾਂ ਆਪਣੇ ਸੈਕਟਰ ਦੇ ਵਿੱਚ ਨਾ ਟਰਾਂਸਪੋਰਟੇਸ਼ਨ, ਹੁਣ ਅਸੀਂ 3 ਗੱਡੀਆਂ ਲੈ ਕੇ 4 ਗੱਡੀਆਂ ਲੈ ਕੇ ਤਾਂ ਰੱਖੀਆਂ ਹੋਈਆਂ ਸਾਰਿਆਂ ਨੇ, ਬਟ ਫੋਰ ਐਗਜ਼ਾਮਪਲ ਸਾਰੀਆਂ ਗੱਡੀਆਂ ਚਲੇ ਜਾਂਦੀਆਂ ਨੇ, ਘਰ ਐਮਰਜੈਂਸੀ ਪੈ ਜਾਂਦੀ ਹੈ, ਸਾਡੇ ਕੋਲ ਕੋਈ ਟਰਾਂਸਪੋਰਟ ਹੀ ਨਹੀਂ ਹੈਗੀ, ਨਾ ਕੋਈ ਰਿਕਸ਼ੇ ਵਾਲੇ, ਨਾ ਕੋਈ ਗੱਡੀਆਂ ਵਾਲੇ, ਕੋਈ ਵੀ ਐਟਲੀਸਟ ਨੇੜੇ ਤੇੜੇ ਕੋਈ ਹੋਵੇ ਨਾ ਕਿ ਇਮੀਡੀਏਟਲੀ ਅਸੀਂ ਬੁਲਾ ਸਕੀਏ, ਕੁਝ ਨਹੀਂ ਹੈਗਾ। ਸਿਰਫ ਕੋਈ ਉਮੀਦ ਹੈਗੀ ਹੈ ਕਿ ਸੁਣਨਗੇ ਹੋਏ? ਮੈਂ ਤਾਂ ਇਹ ਕਹਾਂਗੀ ਕਿ ਕੁਲਵੰਤ ਸਿੰਘ ਨੂੰ ਵੋਟ ਪਾਉਣ ਤੋਂ ਪਹਿਲੇ ਉਹ ਆਪਣੇ ਏਰੀਆ ਜਿੰਨਾ ਉਹਨਾਂ ਨੇ ਲਿੱਤਾ ਹੋਇਆ 91 ਸੈਕਟਰ ਹੋਵੇ 7 ਜਿੰਨੇ ਵੀ ਸੈਕਟਰ ਉਹਨਾਂ ਨੇ ਲਿੱਤੇ ਪਹਿਲੇ ਅਗਰ ਉਹਦੇ ਤੇ ਉਹ ਸੁਧਾਰ ਕਰ ਲੈਣਗੇ ਨਾ, ਐਂਡ ਆਈ ਹੋਪ ਕਿ ਉਹ ਸਿਟੀ 'ਤੇ ਕਰ ਪਾਉਣਗੇ। ਅਗਰ ਉਹ ਇਸ 'ਤੇ ਨਹੀਂ ਕਰ ਪਾਉਣਗੇ, ਮੈਂ ਕੋਈ ਉਮੀਦ ਨਹੀਂ ਰੱਖਦੀ ਕਿ ਆਪਣੇ ਉਹ ਸਿਟੀ ਨੂੰ ਵੀ ਪ੍ਰੋਪਰ ਉਹ ਦੇ ਪਾਉਣ, ਕਿਉਂਕਿ ਇੱਕ ਛੋਟੀ ਚੀਜ਼ ਨੂੰ ਸੰਭਾਲਣਾ ਬਹੁਤ ਇੰਪੋਰਟੈਂਟ ਹੁੰਦਾ ਹੈ। ਫਿਰ ਹੀ ਆਪਾਂ ਸੋਚ ਸਕਦੇ ਆਪਾਂ ਵਾਈਡ ਲੈ ਕੇ ਜਾ ਸਕਦੇ ਉਹ ਚੀਜ਼। ਤੁਹਾਡੀਆਂ ਵੀ ਕਾਲ ਵਗੈਰਾ ਆਉਣ ਜਾਣ 'ਚ ਪ੍ਰੋਬਲਮ ਹੈ? ਬਿਲਕੁਲ ਆਉਂਦੀਆਂ ਨੇ, ਕਦੀ ਸਾਡੇ ਮਤਲਬ ਅਸੀਂ ਸਾਰੇ ਜਦੋਂ ਵਰਕਿੰਗ ਵੀ ਹੈਗੇ ਆ, ਕੋਈ ਬਿਜ਼ਨਸ ਵਾਲੇ ਆ, ਸਾਰੇ ਨਿਕਲ ਜਾਂਦੇ, ਕਦੀ ਸਾਡੇ ਪੇਰੈਂਟਸ ਨੂੰ ਲੋੜ ਪੈ ਜਾਂਦੀ, ਅਸੀਂ ਇਮੀਡੀਏਟਲੀ ਕਮ ਸੇ ਕਮ ਕੋਈ ਤਾਂ ਹੋਵੇ ਨਾ ਡੋਰ ਸਟੈਪਸ 'ਤੇ ਥੋੜ੍ਹੇ ਜਿਹੇ ਨੇੜੇ ਦੇੜੇ, ਐਟਲੀਸਟ ਮੈਂ ਇਹ ਨਹੀਂ ਕਹਿੰਦੀ ਕਿ ਸਾਨੂੰ ਸੈਂਟਰ 'ਚ ਪਾ ਕੇ ਦਿਓ, ਬਟ ਕੋਈ ਬੱਸ ਸਟੈਂਡ ਨੇੜੇ ਦੇੜੇ, ਕੋਈ ਸਾਡੇ ਜ਼ਰੂਰੀ ਨਹੀਂ ਕਿ ਸਾਰੇ ਸਾਡੇ ਵਾਂਗਰ ਹੀ ਹੈਗੇ ਆ 4 ਗੱਡੀਆਂ ਵਾਲੇ, ਕਈਆਂ ਕੋਲ ਨਹੀਂ ਹੁੰਦੀਆਂ ਹੈ ਨਾ, ਉਹ ਵੀ ਤਾਂ ਐਟਲੀਸਟ ਜਾਣ ਆਪਣੇ ਬੱਸ ਲੈ ਕੇ ਜਾ ਸਕਣ। ਹੁਣ ਲਾਂਡਰਾ ਤੱਕ ਜਾਂਦੇ ਹਾਂ ਅਸੀਂ, ਲੋਕ ਕਈ ਲਾਂਡਰਾ ਤੱਕ ਵਾਕ ਕਰਕੇ ਜਾਂਦੇ ਆ, ਇੱਥੋਂ ਚੰਡੀਗੜ੍ਹ ਮੋਹਾਲੀ ਇੱਕ ਬੱਸ ਸਟੈਂਡ ਕਾਫੀ ਦੂਰ ਪੈ ਜਾਂਦਾ ਹੈ। ਕੁਝ ਲੋਕੀ ਇਹੋ ਜਿਹੇ ਵੀ ਹੋਣਗੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਗੱਡੀਆਂ, ਹੈ ਨਾ? ਬਹੁਤ ਹੈਗੀਆਂ, ਜ਼ਰੂਰੀ ਸਾਰੇ ਇੱਕੋ ਜਿਹੇ ਨਹੀਂ ਹੈਗੇ। ਠੀਕ ਹੈ, ਸੈਕਟਰ 91 ਕਰਦੇ ਇਹਦਾ ਮਤਲਬ ਇਹ ਤਾਂ ਨਹੀਂ ਕੋਠੀਆਂ ਵੱਡੀਆਂ ਨੇ ਤਾਂ ਜ਼ਰੂਰੀ ਹੈ, ਗੱਡੀਆਂ ਖਰਾਬ ਹੋ ਸਕਦੀਆਂ, ਕੁਝ ਵੀ ਹੋ ਸਕਦਾ ਹੈ, ਕੋਈ ਪੋਸੀਬਿਲਿਟੀਜ਼ ਬਹੁਤ ਹੈਗੀ। ਹਸਪੀਟਲ ਸਾਡੇ ਕੋਲ ਨੇੜੇ ਕੋਈ ਹੈਗਾ ਐਮਰਜੈਂਸੀ, ਸਾਨੂੰ ਇੰਡਸ ਜਾਣਾ ਪੈਂਦਾ ਹੈ ਜਾਂ ਫਿਰ ਸਾਨੂੰ ਮੈਕਸ ਜਾਣਾ ਪੈਂਦਾ ਹੈ, ਕੋਈ ਤਾਂ ਹੋਵੇ ਕਮ ਸੇ ਕਮ ਮੈਡੀਸਿਨ ਡਾਕਟਰ ਤਾਂ ਹੁਣ ਐਟਲੀਸਟ ਰਾਤ ਨੂੰ ਐਮਰਜੈਂਸੀ ਪੈ ਜਾਂਦੀ ਹੈ, ਸਾਡੇ ਕੋਲ ਨਹੀਂ ਹੈਗੇ, ਅਸੀਂ PGI ਭੱਜਦੇ ਹਾਂ, ਰਾਤੀ ਕੋਈ ਡਾਕਟਰ ਸਾਨੂੰ ਨਹੀਂ ਦੇਖਦਾ ਹੈਗਾ। ਸਾਡੇ ਕੋਲ ਸਿਟੀ ਵਿੱਚ ਕੋਈ 24 ਆਵਰ ਸਾਡੇ 3-4 ਸੈਕਟਰਾਂ ਵਾਸਤੇ ਹੋਣਾ ਚਾਹੀਦਾ। 77 ਹੋ ਗਿਆ, ਇੱਕ 91 ਸੈਕਟਰ ਹੋ ਗਿਆ, ਇੱਕ 85 ਜਿਹੜਾ ਬਣ ਰਿਹਾ, ਇਹਨਾਂ ਸਾਰੇ ਸੈਕਟਰ ਵਿੱਚ ਇੱਕ ਤਾਂ ਹਸਪੀਟਲ ਜ਼ਰੂਰੀ ਹੈਗਾ, ਜਿਹਦੇ ਵਿੱਚ ਐਟਲੀਸਟ ਮੈਡੀਸਿਨ ਡਾਕਟਰਸ ਬੈਠੇ ਹੋਣ ਜੋ ਕਿ ਸਾਨੂੰ ਇਮੀਡੀਏਟ ਕੇਅਰ ਦੇ ਪਾਉਣ। ਇਹ ਇਸ਼ੂਜ਼ ਹੈਗੇ ਆ, ਥੋੜ੍ਹੇ ਤਾਂ ਕਾਫੀ ਇਸ਼ੂਜ਼ ਹੈਗੇ, ਅਗਰ ਸ਼ੁਰੂ ਕਰੀਏ ਤਾਂ ਬਹੁਤ ਇਸ਼ੂਜ਼ ਹੈਗੇ ਆ।
ਅੱਜ ਕੱਲ ਯੂਥ ਦੇ ਵਿੱਚ, ਜੇਕਰ ਖਾਸ ਕਰਕੇ ਮੈਂ ਯੂਥ ਦੀ ਗੱਲ ਕਰਾਂ, ਤੁਸੀਂ ਵੀ ਯੂਥ ਹੋ, ਤੁਸੀਂ ਵੀ ਯੂਥ ਹੋ, ਜੇਕਰ ਖਾਸ ਕਰਕੇ ਮੈਂ ਯੂਥ ਦੀ ਗੱਲ ਕਰਾਂ ਤੇ ਇਹ ਕਹਿਣਾ ਝੂਠ ਨਹੀਂ ਹੋਵੇਗਾ ਕਿ ਮਤਲਬ ਆਮ ਆਦਮੀ ਪਾਰਟੀ ਦੀ ਬਹੁਤ ਪ੍ਰਸ਼ੰਸਾ ਕਰਦਾ ਹੈ, ਠੀਕ ਹੈ। ਤੇ ਦੇਖਿਆ ਜਾਵੇ ਤੇ ਕੁਲਵੰਤ ਸਿੰਘ ਜੀ ਵੀ ਆਮ ਆਦਮੀ ਪਾਰਟੀ ਦੇ ਹੀ ਨੇ, ਹੈ ਨਾ। ਤੇ ਤੁਹਾਨੂੰ ਲੱਗਦਾ ਹੈ ਕਿ ਅਗਰ ਆਮ ਆਦਮੀ ਪਾਰਟੀ ਇਨ ਕੇਸ ਇੱਥੇ ਆਂਦੀ ਹੈ ਤੇ ਕੁਝ ਸੁਧਾਰ ਕਰੇਗੀ, ਜਿਹੜੇ ਇੰਨੇ ਵੱਡੇ ਵੱਡੇ ਵਾਅਦੇ ਕਰਦੀ ਹੈ ਉਹ ਪੂਰੇ ਕਰੇਗੀ? ਬਹੁਤ ਸਾਲਾਂ ਤੋਂ ਬਹੁਤ ਲੋਕ ਕਰਦੇ ਆਏ ਆ, ਬਹੁਤ ਸਾਲਾਂ ਤੋਂ ਬਹੁਤ ਲੋਕ ਹੈ, ਪਰ ਖਰੇ ਉਤਰਨ ਦਾ ਕੌਣ ਉਤਰੇਗਾ ਇਹ ਨਹੀਂ ਸਾਨੂੰ ਅਸੀਂ ਕਹਿ ਨਹੀਂ ਸਕਦੇ। ਮੈਂ ਉਹੀ ਕਹਿ ਰਹੀ ਹਾਂ, ਮੈਂ ਉਹਨਾਂ ਦੇ ਪਰਸਨਲੀ, ਮੇਰਾ ਕੋਈ ਉਹਨਾਂ ਨਾਲ ਵੈਰ ਨਹੀਂ ਹੈਗਾ ਕੁਲਵੰਤ ਸਿੰਘ ਦਾ। ਮੈਂ ਉਹਨਾਂ ਨੂੰ ਐਜ਼ ਏ ਉਹ ਜਾਣਦੀ ਹਾਂ ਕਿ ਉਹਨਾਂ ਨੇ ਸੈਕਟਰ ਕੱਟਿਆ ਸੀਗਾ। ਤੁਹਾਨੂੰ ਪਤਾ ਉਹਨਾਂ ਦੇ ਜਿਹੜੇ ਵੋਟਸ ਲੈਣ ਆਏ ਸੀ ਉਹਨਾਂ ਨੇ ਕਿਹਾ ਸੀ ਮੈਮ ਉਹਨਾਂ ਨੇ ਸੈਕਟਰ ਤਾਂ ਬਣਾਇਆ ਨਾ, ਸਰ ਉਹਨਾਂ ਨੇ ਸੈਕਟਰ ਬਣਾਇਆ ਹੈ, ਬਟ ਉਹਨਾਂ ਦੀ ਮੇਨਟੇਨੈਂਸ ਉਹਨਾਂ ਦੇ ਹੱਥ ਵਿੱਚ ਹੈ, ਸਾਡੇ ਹੱਥ ਵਿੱਚ ਨਹੀਂ ਹੈ। ਸਾਡੇ ਹੱਥ ਵਿੱਚ ਮੇਨਟੇਨੈਂਸ ਹੈਗੀ ਹੈ ਸਿਰਫ ਉਹਨਾਂ ਦੀ ਪਾਰਕ ਤੱਕ, ਉਹ ਅਸੀਂ ਮੇਨਟੇਨ ਕਰਦੇ ਹਾਂ। ਰੋਡਸ ਸਾਡੇ, ਮੈਂ ਕਿੰਨੀ ਵਾਰੀ ਉਹਨਾਂ ਨੂੰ ਕਹਿ ਚੁੱਕੀ, ਸਾਡੇ ਛੋਟੇ ਬੱਚੇ ਆ ਤੁਹਾਡੀਆਂ, ਮਤਲਬ ਕਿ ਨੀਚੇ ਆ ਦੇਖੋ, ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਬੱਚੇ ਗਿਰਨਗੇ, ਉਹਨਾਂ ਨੂੰ ਲੱਗੇਗੀ, ਕਿੰਨਾ ਨੁਕਸਾਨ ਹੈ ਬੱਚਿਆਂ ਵਾਸਤੇ। ਸੋ ਉਹ ਚੀਜ਼ਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਪਹਿਲੇ 91 ਸੈਕਟਰ ਦਾ ਸੁਧਾਰ ਕਰ ਲੈਣ। ਆਈ ਹੋਪ ਕਿ ਅਸੀਂ ਉਹਨਾਂ ਨੂੰ ਵੋਟ ਪਾ ਕੇ ਆਮ ਪਾਰਟੀ ਵਾਸਤੇ ਵੀ ਸੋਚ ਸਕਦੇ ਹਾਂ। ਫਿਰ ਪਰ ਜੇ ਤੇ ਮਸਲਾ ਹੱਲ ਨਹੀਂ ਹੋ ਰਿਹਾ ਫਿਰ ਤੇ ਵੋਟ ਪਾਉਣ ਦਾ ਵੀ ਮੈਂ ਤਾਂ ਹੀ ਕਿਸੇ ਦੀ ਮਾਈਂਡ ਸੈਟ ਹੀ ਨਹੀਂ ਬਣੇਗੀ ਨਾ। ਨੋ ਨਾਟ ਐਟ ਆਲ, ਮਾਈਂਡ ਸੈਟ ਬਣ ਹੀ ਨਹੀਂ ਸਕਦਾ। ਇਹ ਬਹੁਤ ਮੇਰੇ ਖਿਆਲ ਦੇ ਵਿੱਚ ਮੈਨੂੰ ਅਗਰ ਆਪਾਂ ਫੋਰ ਐਗਜ਼ਾਮਪਲ ਆਪਾਂ ਖੜਦੇ ਹਾਂ, ਜਦੋਂ ਮੈਂ ਆਪਣੇ ਘਰ ਦਾ ਸੁਧਾਰ ਨਹੀਂ ਕਰਾਂਗੀ, ਆਪਣੇ ਘਰ ਦਾ ਸੁਧਾਰ, ਮੈਂ ਆਪਣੇ ਹੋਰ ਕਿਸੇ ਨੂੰ ਕਿੱਦਾਂ ਕਹਿ ਸਕਦੀ ਹਾਂ ਕਿ ਤੁਸੀਂ, ਮੇਰੀ ਛੋਟੀ ਨੂੰਹ ਆਏਗੀ, ਉਹ ਮੈਂ ਉਹਨੂੰ ਕਹਿ ਦਾਂਗੀ ਆ ਕੇ ਤੂੰ ਸੁਧਾਰ ਕਰ ਦੇ, ਕਿੱਦਾਂ ਕਰੇਗੀ, ਉਹ ਕਹੇ ਕਿ ਤੂੰ ਬੜਾ ਕੁਝ ਕਰ ਲਿਆ ਆ ਕੇ, ਹੈ ਨਾ। ਸੋ ਇਹੀ ਹੈਗਾ ਕਿ ਪਹਿਲੇ ਉਹ ਆਪਣੀ ਹੀ ਸਿਟੀ ਦਾ ਇੰਨਾ ਕੋਈ ਏਰੀਆ ਦਾ ਕਰ ਦੇਣ ਨਾ। ਅਸੀਂ 91 ਬਹੁਤ ਵੱਡਾ ਹੈ, ਬਹੁਤ ਲੋਕ ਰਹਿੰਦੇ ਆ, ਬਿਲਡਿੰਗਸ ਬਹੁਤ ਲੋਕ ਰਹਿੰਦੇ ਸਿਰਫ ਸੈਕਟਰ ਬਣਾਉਣ ਨਾਲ ਨਹੀਂ ਹੋ ਜਾਂਦਾ, ਸਿਰਫ ਸੈਕਟਰ ਬਣਾਉਣਾ ਬਹੁਤ ਬਹੁਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੰਜੀਵ ਵਰਮਾ ਜੀ। ਅਸੀਂ ਸੁਣਿਆ ਲਗਾਤਾਰ 3 ਦਿਨਾਂ ਤੋਂ ਇੱਥੇ ਬਿਜਲੀ ਨਹੀਂ ਆ ਰਹੀ, ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ, ਇਹ ਸੜਕਾਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸੈਕਟਰ ਦੇ ਵਿੱਚ ਪਿਛਲੇ 1.5 ਸਾਲ ਤੋਂ ਰਹਿ ਰਿਹਾ। 1.5 ਸਾਲ ਤੋਂ ਜਿਸ ਮਾਈਂਡ ਸੈਟ ਦੇ ਨਾਲ ਮੈਂ ਇੱਥੇ ਪ੍ਰਾਪਰਟੀ ਬਣਾਈ ਸੀ, ਮੇਰਾ ਮਾਈਂਡ ਸੈਟ ਸੀਗਾ ਵੀ ਇੱਥੇ ਜਿਹੜਾ ਪੌਸ਼ ਸੈਕਟਰ ਹੈ, ਲਾਈਕ 1 to 7 ਸੈਕਟਰ ਇਨ ਚੰਡੀਗੜ੍ਹ। ਮੈਂ 17 ਸਾਲ ਚੰਡੀਗੜ੍ਹ 'ਚ ਰਹਿ ਕੇ ਆਇਆ, ਬਟ ਮੈਂ ਜਦੋਂ ਇੱਥੇ ਆ ਕੇ ਰਿਹਾ ਤਾਂ ਮੈਨੂੰ ਐਂ ਲੱਗਦਾ ਮੈਂ ਆਪਣੇ ਪਿੰਡ 'ਚ ਰਹਿਣਾ। ਮੈਂ ਪਿੱਛੋਂ ਡਿਸਟ੍ਰਿਕਟ ਬਰਨਾਲੇ ਦਾ ਰਹਿਣ ਵਾਲਾ, ਉਹਦੇ ਨੇੜੇ ਮੇਰਾ ਪਿੰਡ ਹੈ। ਮੈਨੂੰ ਲੱਗਦਾ ਉਹੋ ਜਿਹਾ ਹੀ ਕੁਛ ਹੈ। ਪਿਛਲੇ ਕਿੰਨੇ ਦਿਨਾਂ ਤੋਂ ਨਹੀਂ, ਕਿੰਨੇ ਮਹੀਨਿਆਂ ਤੋਂ ਇੱਥੇ ਬਿਜਲੀ ਦੀ ਪ੍ਰੋਬਲਮ ਹੈ। ਇਹਨਾਂ ਦੀ ਗ੍ਰਿਡ ਡਾਊਨ ਹੋ ਜਾਂਦੇ ਹੈ, ਇਹਨਾਂ ਦਾ ਕੋਈ ਬੈਕਅਪ ਉਸ ਤਰ੍ਹਾਂ ਪਲਾਨ ਹੁੰਦਾ ਨਹੀਂ ਹੈ। ਰੋਡ ਦਾ ਤੁਸੀਂ ਸਾਰੇ ਪਾਸੇ ਧਿਆਨ 91 ਸੈਕਟਰ 'ਚ ਗੇੜਾ ਮਾਰੋ, ਗਲੀਆਂ 'ਚ ਮਾਰੋ, ਸਾਰੀਆਂ ਰੋਡ ਟੁੱਟੀਆਂ ਹੋਈਆਂ। ਅਪਰੋਚਿੰਗ ਰੋਡ ਦੀ ਕੋਈ ਕਨੈਕਟੀਵਿਟੀ ਨਹੀਂ ਹੈ, ਕੋਈ ਬੱਸ ਦੀ ਕਨੈਕਟੀਵਿਟੀ ਨਹੀਂ ਹੈ। ਔਰ ਸਭ ਤੋਂ ਮੇਜਰ ਇਸ਼ੂ ਇਹਨਾਂ ਕੋਲੇ ਮੋਨੋਪੋਲੀ ਕਿਉਂ ਹੈ ਕਿ ਇੰਟਰਨੈਟ ਦੀ। ਇਹ ਰਿਲਾਇੰਸ ਨੂੰ ਜਾਂ ਏਅਰਟੈਲ ਨੂੰ ਕਿਉਂ ਨਹੀਂ ਐਂਟਰ ਕਰਨ ਦਿੰਦੇ? ਅਸੀਂ ਕਿਉਂ 11 1500 ਰੁਪਇਆ ਭਰੀਏ? ਅੱਜ ਇਸ ਮਹਿੰਗਾਈ ਦੇ ਯੁੱਗ 'ਚ ਤੁਹਾਨੂੰ ਪਤਾ ਹੈ, ਕੋਵਿਡ ਦੇ ਬਾਅਦ ਕਿੰਨੇ ਬਿਜ਼ਨਸ ਠੱਪ ਹੋ ਗਏ, ਕਿੰਨਾ ਕੁਝ ਹੋ ਗਿਆ। ਵੀ ਇੰਨਾ ਕੁਝ ਹੋਣ ਦੇ ਬਾਵਜੂਦ ਐਡੀ ਵੱਡੀ ਮੋਨੋਪੋਲੀ ਇਹ ਰੱਖੀ ਬੈਠੇ ਨੇ, ਕਿਉਂ ਰੱਖੀ ਬੈਠੇ ਨੇ? ਕਿਉਂ ਰੋਡ ਨਹੀਂ ਬਣ ਰਹੀਆਂ? ਸਭ ਤੋਂ ਵੱਡੀ ਗੱਲ, ਇਸ ਪੂਰੇ ਐਡੇ ਵੱਡੇ ਸੈਕਟਰ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਨਹੀਂ, ਕੋਈ ਸਰਕਾਰੀ ਡਿਸਪੈਂਸਰੀ ਨਹੀਂ, ਕੋਈ ਸਰਕਾਰੀ ਸਕੂਲ ਨਹੀਂ। ਸਾਰੇ ਲੋਕ ਅਫੋਰਡ ਨਹੀਂ ਕਰ ਸਕਦੇ ਕਨਵੈਂਟ ਸਕੂਲਾਂ ਨੂੰ, ਉਹਦੇ ਲਈ ਵੀ ਸਰਕਾਰੀ ਸਕੂਲ ਵੀ ਚਾਹੀਦਾ। ਇੱਥੇ ਇੱਕੋ ਹੀ ਸਕੂਲ ਹੈ, ਉਹ ਵੀ ਕਾਰਨਰ ਦੇ ਉੱਤੇ ਆ, ਉਹ ਪ੍ਰਾਈਵੇਟ ਸਕੂਲ ਹੈ, ਜਿਹਦੀ ਫੀਸ 3 ਤੋਂ 4000 ਰੁਪਏ ਹੈ। ਹਰ ਫੈਮਿਲੀ ਉਹ ਨਹੀਂ ਪੇ ਕਰ ਸਕਦੀ। ਹਜੇ ਤੱਕ 10 ਸਾਲ 'ਚ ਨਾ ਰੋਡ ਬਣੀਆਂ ਨੇ। ਉਹ ਦੇਖੋ ਸਾਰੇ ਇੱਧਰ ਮਾਰਕੀਟ 'ਚ ਰੋਡ ਟੁੱਟੀ ਹੋਈ ਹੈ। ਅੰਦਰ ਕਿਸੇ ਰੋਡ ਚਲੇ ਜਾਓ, ਕੋਈ ਚੀਜ਼ ਕਰ ਲਓ, ਇਹਨਾਂ ਨੂੰ ਕਹਿ ਲਓ ਤੇ ਮਤਲਬ ਇਹ ਕਹਿੰਦੇ ਕਰ ਰਹੇ ਆ, ਮਤਲਬ ਵਾਅਦੇ ਹੀ ਨੇ, ਉਹਦੀ ਹੈਪਨਿੰਗ ਕੁਝ ਵੀ ਨਹੀਂ ਹੈ। ਮਤਲਬ ਅਸੀਂ ਸੁਸਾਇਟੀ 'ਚ ਰਹਿੰਦੇ ਹਾਂ, ਇਹ ਸੁਸਾਇਟੀ ਸਾਡੇ 200 ਫਲੈਟ ਨੇਗੇ। ਅਸੀਂ ਖੁਦ ਉਹਦੇ ਵਿੱਚ ਕਿੰਨੇ ਗੇੜੇ ਮਾਰ ਕੇ ਉਹ ਅਪਰੋਚਿੰਗ ਰੋਡ ਇਹਨਾਂ ਤੋਂ ਤਿਆਰ ਕਰਵਾਈ ਹੈ। ਕਿੰਨੀਆਂ ਮਿਹਨਤਾਂ ਕੀਤੀਆਂ ਨੇ ਵੀ ਰਾਤ ਨੂੰ ਸਾਡੇ ਬਜ਼ੁਰਗ ਆਉਂਦੇ ਨੇ, ਰਾਤ ਨੂੰ ਉੱਥੇ ਲਾਈਟ ਨਹੀਂ ਸੀ, ਫਿਰ ਸਟਰੀਟ ਲਾਈਟ ਦੇ ਲਈ ਸਾਨੂੰ ਇਹਨਾਂ ਨੂੰ ਫੋਲੋ ਅਪ ਕਰਨਾ ਪਿਆ। ਮਤਲਬ ਜੋ ਅਸੀਂ ਜਿਸ ਆਸ ਦੇ ਨਾਲ ਇਹ ਸੈਕਟਰ 'ਚ ਆਏ ਸੀ, ਉਹ ਆਸ ਦੇ ਵਿੱਚ ਹਜੇ ਤੱਕ ਅਸੀਂ ਪੂਰੇ ਨਹੀਂ ਹਾਂ। ਮੈਂ ਤਾਂ ਪਿਛਲੇ 1.5 ਸਾਲ ਤੋਂ ਪ੍ਰੋਬਲਮ ਦੀ ਫੇਸ ਕਰ ਰਿਹਾ। ਜਿਹੜਾ ਤੁਸੀਂ ਕਿਹਾ ਕਿ ਇੱਥੇ ਹੋਰ ਰਿਲਾਇੰਸ, ਜੀਓ, ਇਹਨਾਂ ਸਭ ਕੰਪਨੀਆਂ ਨੂੰ ਐਂਟਰ ਵੀ ਨਹੀਂ ਕਰਨ ਦਿੰਦੇ, ਨਹੀਂ ਐਂਟਰ ਕਰਨ ਇਹਦੇ ਪਿੱਛੇ ਲੱਗਦਾ ਹੈ ਤੁਹਾਨੂੰ ਕਿ ਕੀ ਰੀਜ਼ਨ ਹੋ ਸਕਦਾ ਹੈ? ਅਸੀਂ 40 ਸੈਕਟਰ ਚੰਡੀਗੜ੍ਹ ਰਹਿ ਕੇ ਆਏ ਹਾਂ, 34 ਸੈਕਟਰ ਰਹਿ ਕੇ ਆਏ ਆ। 2 ਸੈਕਟਰਾਂ ਦੇ ਵਿੱਚ ਇੱਕ ਜਗ੍ਹਾ ਮੇਰੇ ਕੋਲ ਏਅਰਟੈਲ ਸੀ, ਇੱਕ ਜਗ੍ਹਾ ਮੇਰੇ ਕੋਲ ਰਿਲਾਇੰਸ ਸੀਗਾ। ਮੇਰੀ ਮਰਜ਼ੀ ਹੈ, ਮੈਂ ਜਿਹਨੂੰ ਵੀ ਰੱਖਾਂ। ਅੱਜ ਇਸ ਡੈਮੋਕ੍ਰੇਸੀ ਸਾਡਾ ਰਾਈਟ ਹੈ ਇਹ, ਪਰ ਇਹ ਥੋੜ੍ਹੀ ਹੈ ਕਿ ਵੀ ਇਹ 1 ਫਾਈਬਰ ਹੀ ਚੱਲੇਗੀ। 1 ਫਾਈਬਰ 1100-1200 ਰੁਪਏ ਲੈਂਦੀ ਹੈ ਸਾਤੋਂ, ਜਦ ਕਿ ਨੋਰਮਲੀ 400-500 ਰੁਪਏ 'ਚ ਇੰਟਰਨੈਟ ਅਵੇਲੇਬਲ ਹੈ। ਇਹ ਸਾਡੇ ਰਿਲਾਇੰਸ ਉਹਦੇ ਕੀ ਕਹਿੰਦੇ ਆ ਹੈੱਡ ਹੈ ਇਹ। ਮਤਲਬ ਅਸੀਂ ਕਿੰਨੀ ਕੋਸ਼ਿਸ਼ ਕਰ ਲਏ, ਲੇਕਿਨ ਉਹ ਉਹਨਾਂ ਨੂੰ ਰਾਈਟਸ ਦਿੰਦੇ ਹੀ ਨਹੀਂ। ਉਹਨਾਂ ਨੂੰ ਅਸੀਂ ਜਿੰਨੇ ਮਰਜ਼ੀ ਚੱਕਰ ਮਾਰੀ ਜਾਈਏ, ਉਹ 1 ਫਾਈਬਰ ਦੇ ਕੋਲ ਹੈ, ਕਿਉਂਕਿ 1 ਫਾਈਬਰ ਦੇ ਵਿੱਚ ਉਹਨਾਂ ਦਾ ਪਰਸਨਲ ਮੋਟਿਵ ਹੈ
ਹੈ, ਉਹਨਾਂ ਦੀ ਪਰਸਨਲ ਕੰਪਨੀ ਹੈ, ਇਸ ਕਰਕੇ ਉਹ ਸਾਰਾ ਉਹ ਮਤਲਬ ਪ੍ਰੋਫਿਟ ਲੈ ਰਹੇ ਨੇ। ਪਰ ਸਾਡੇ ਆਮ ਲੋਕਾਂ ਦਾ ਕੀ ਕਸੂਰ ਹੈ? ਤੁਸੀਂ ਦੱਸੋ ਵੀ ਅਸੀਂ ਕਿਵੇਂ ਤੁਹਾਨੂੰ ਵੋਟ ਦੇ ਦਈਏ ਜਦੋਂ ਸਾਡਾ ਕੁਝ ਕਰ ਹੀ ਨਹੀਂ ਰਹੇ, ਔਰ ਸੁਪਨੇ ਐਡੇ ਵੱਡੇ ਦਿਖਾਏ ਜਾ ਰਹੇ ਨੇ। ਪੂਰਾ ਸੈਕਟਰ ਘੁੰਮ ਕੇ ਦੇਖ ਲਓ, ਸੁਪਨਿਆਂ ਨਾਲ ਹੀ ਭਰਿਆ ਪਿਆ, ਲੇਕਿਨ ਹਕੀਕਤ ਤੋਂ ਬਹੁਤ ਪਰੇ ਹੈ। ਵੈਸੇ ਤਾਂ ਆਮ ਆਦਮੀ ਪਾਰਟੀ ਬਹੁਤ ਸਾਰੇ ਵਾਅਦੇ ਕਰਦੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਜੇਕਰ ਇੱਥੇ ਸਰਕਾਰ ਬਣਦੀ ਹੈ ਪੰਜਾਬ ਵਿੱਚ ਤਾਂ ਕੁਝ ਵਾਅਦੇ ਪੂਰੇ ਕਰੇਗੀ? ਕਿਉਂਕਿ ਤੁਹਾਡਾ ਜਿਹੜਾ ਇੱਥੇ ਸਾਬਕਾ MLA ਹੈ ਉਹ ਤੇ ਕਰਨ ਲਈ ਰੈਡੀ ਨਹੀਂ ਹੈ। ਉਹ ਕਰਨਗੇ, ਉਹ ਕਿਉਂ ਨਹੀਂ ਕਰਨਗੇ ਜੀ? ਉਹ ਕਰਨਗੇ ਨਾ, ਜਦੋਂ ਇਹ ਸੈਕਟਰ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਇਨਕਲੂਡ ਕੀਤਾ ਜਾਏਗਾ। ਅਸੀਂ ਤਾਂ ਖੁਦ ਕੋਸ਼ਿਸ਼ ਚਾਹੁੰਦੇ ਹਾਂ ਕਿ ਇਹਨੂੰ ਮੁਹਾਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਐਡ ਕੀਤਾ ਜਾਵੇ। ਇਹ ਸੈਕਟਰ ਪ੍ਰਾਈਵੇਟ ਕਿਉਂ ਰੱਖਿਆ ਹੋਇਆ ਇੰਨੇ ਟਾਈਮਸ ਤੋਂ? ਫਿਰ ਜੋ ਹੁਣ ਅਸੀਂ ਤਾਂ ਵੋਟ ਉਸੇ ਬੰਦੇ ਨੂੰ ਦਿਆਂਗੇ ਜਿਹੜਾ ਇਹ ਸਾਨੂੰ ਇਹ ਸਾਰੀਆਂ ਸੋਲੂਸ਼ਨ ਦੇਏਗਾ। ਸਾਡਾ ਤਾਂ ਪੱਕਾ ਵਾਅਦਾ ਹੈ। ਅਸੀਂ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਵੋਟ ਨਹੀਂ ਦਿਆਂਗੇ ਵੀ ਆਪ ਨੂੰ ਦੇਣੀ ਆ, ਆਪ ਕਹਿ ਰਹੀ ਹੈ ਜਾਂ ਕੋਈ ਵੀ ਕਹਿ ਰਿਹਾ। ਅਸੀਂ ਤਾਂ ਵੋਟ ਉਹਨੂੰ ਹੀ ਦਿਆਂਗੇ ਜਿਸ ਨੇ ਕੋਈ ਡਿਵੈਲਪਮੈਂਟ ਕੀਤੀ ਹੈ, ਜਿਹਦੇ ਕੋਲ ਕੋਈ ਪ੍ਰੂਫ ਨੇਗੇ। ਇਹ ਸਾਡੇ ਸਾਹਮਣੇ ਹੈ, ਇੰਨੇ ਸਾਲਾਂ 'ਚ ਇੱਥੇ ਤਾਂ ਕੋਈ ਡਿਵੈਲਪਮੈਂਟ ਨਹੀਂ ਹੋਈ। ਫਿਰ ਅਸੀਂ ਕਿਵੇਂ ਮੰਨ ਲਈਏ ਕਿ ਵੀ ਆਉਣ ਵਾਲੀ ਸਰਕਾਰ ਸਾਨੂੰ ਡਿਵੈਲਪਮੈਂਟ ਕਰਕੇ ਦੇਗੀ? थैंक यू सर। हाँ जी सर, ਤੁਹਾਡਾ ਕੀ ਨਾਮ है? मेरा नाम अजय शर्मा है जी। क्या करते हो आप? मैं प्राइवेट जॉब करता हूँ। अच्छा जी, तो आपको किस किस तरह की मुसीबतों का सामना करना पड़ रहा है यहाँ पे? 3 दिन से बिजली नहीं आ रही है, सड़कों की हालत ख़राब है। देखो प्रॉब्लम इतनी ज़्यादा हुई है, घर में बच्चे भी हैं, बुज़ुर्ग भी हैं, और 2 दिन से पूरा ब्लैकआउट हो गया था। अच्छा। गीज़र नहीं चल रहे थे, हीटर नहीं चल रहे थे। आप देख रहे हो माइनस मतलब टेम्परेचर 6 डिग्री 5 डिग्री तक गया था। इस तरह की ठंड में मतलब बिजली ना हो तो पूरा ब्लैकआउट हो गया था। ब्लैकआउट होने से क्या हो गया, जो हमारा डेटा कनेक्शन वो भी बंद हो गया। और डेटा भी अल्टीमेटली हमारे पास एक ही ऑप्शन है, वन फाइबर, जो कि इनकी अपनी कंपनी है, JLPL की अपनी कंपनी है, मोनोपोली है बेसिकली ना। एक बोलते हैं कि डेटा फ्रीडम है ना, हमारे प्राइम मिनिस्टर बोलते हैं डिजिटल इंडिया, ठीक है। यहाँ डिजिटल इंडिया की धज्जियाँ उड़ी हुई हैं, बिकॉज मोनोपोली करी हुई है। जो मार्केट में प्लान 600 रुपये का मिल रहा है, हम उसका 1100 रुपये पे कर रहे हैं। और यहाँ पे हर फ्लैट ओनर है या जिसकी इंडिपेंडेंट हाउस है, वो पर मंथ मेंटेनेंस पे कर रहा है। उस मेंटेनेंस को पे लाखों करोड़ों रुपए JLPL अर्न करा होगा, बट उसके बाद भी आप मेंटेनेंस का हाल आपने देख ही लिया है। रोड इंफ्रास्ट्रक्चर देख लिया आपने, ठीक है। इंटरनेट का, डेटा का फ्रीडम एज एन सिटीज़न ऑफ इंडिया, एज एन सिटीज़न ऑफ मोहाली, वो भी नहीं हमें। तो ये बेसिकली एक्सप्लॉयटेशन है, ये एक्सप्लॉयटेशन हो रही है। और अगर लग रहा है कुलवंत सिंह जी को, मतलब रिस्पेक्टेड कुलवंत सिंह जी को लग रहा है कि ऐसी एक्सप्लॉयटेशन करने के बाद भी वो आ जाएंगे, तो मेरे को तो नहीं लग रहा। मैं तो बड़ा कॉन्फिडेंट हूँ जी, ठीक है। 1.5 साल से आ रहे हैं, सबसे महंगा सेक्टर है, कॉस्ट बड़ी महंगी है, हर चीज़ महंगी है। आप यहाँ लोग तो अफोर्ड भी नहीं कर सकते होंगे बहुत सारी चीज़ें। बहुत सारे लोग नहीं अफोर्ड कर सकते, मैं बता रहा हूँ। हम डिसेंट अर्निंग कर रहे हैं, बट हमें भी आगे लगता है ठीक है, बट ठीक है, अगर हमने अपनी चॉइस के लिए लिया है, बट हमें बेसिक, हम इतना पैसा खर्चने के बाद हमें बेसिक इंफ्रास्ट्रक्चर तो दिया जाए ना, जो कि इनको डेवलप करने की इनकी रिस्पॉन्सिबिलिटी थी पिछले 11 साल से, जो कि नहीं हुआ। रोड हो गया, इंटरनेट हो गया, आप मतलब यू नेम इट एवरीथिंग। और ये सारा पैसा देने के बावजूद ऐसा नहीं है, जितने रेजिडेंट हैं दे आर पेइंग। मतलब बेसिकली अगर देखा जाए तो ये सिर्फ लूटने वाला हिसाब है। ये टोटल ही लूटने वाली, चोर बाजारी वाला काम है। मैं क्या बोल रहा हूँ, ये गुंडागर्दी भी है। ये तो गुंडागर्दी होगी ना। मैं एज ए सिटीजन हूँ, मेरा राइट है कि मैं चाहे एयरटेल लूँ चाहे वो लूँ, बट मैं ले नहीं पा रहा हूँ। ये गुंडागर्दी होगी ना भाई। मैं इंडियन सिटीजन हूँ, मेरे राइट्स है संविधान के अगेंस्ट, रिस्पॉन्सिबिलिटीज़ भी है मेरी। अगर मैं रिस्पॉन्सिबल एज ए रिस्पॉन्सिबल सिटीज़न अगर मैं टैक्स दे रहा हूँ, अगर मैं टैक्स के अलावा इस एरिया को डेवलप करने के लिए मंथली चार्जेस दे रहा हूँ, तो मेरा राइट नहीं बनता इन चीज़ों के लिए। तो ये गुंडागर्दी है। मैं तो ये स्पष्ट कहूँगा, ये गुंडागर्दी है, क्लियर कट। और ये गुंडागर्दी बंद होनी चाहिए। तो मतलब अभी इस आने वाले इलेक्शन में कोई चांस नहीं है? देखो, अगर मैं अपना पुराना एक्सपीरियंस देख लूँ, मेरा 1.5 साल का एक्सपीरियंस है, लोग तो यहाँ 10-10 साल से रह रहे हैं, तो मेरे ख्याल से तो नहीं आना चाहिए। और मैं अगर यही हाल रहा तो मैं तो बिल्कुल नहीं करूँगा, और लोगों को भी नहीं करना चाहिए, बिल्कुल नहीं करना चाहिए। ठीक है, और कुछ कहना चाहोगे आप? नहीं, बस थैंक यू। ओके जी। हाँ जी सर, ਤੁਹਾਡਾ ਕੀ ਨਾਮ ਹੈ? ਜਸਵੀਰ ਸਿੰਘ ਮੈਮ ਜੀ। ਕੀ ਕਹਿਣਾ ਚਾਹੋਗੇ ਤੁਸੀਂ, ਕਿਸ ਤਰ੍ਹਾਂ ਦੀ ਸਮੱਸਿਆ ਹੈ? ਡਿਵੈਲਪਮੈਂਟ ਬਾਰੇ ਮੇਰੇ ਹਿਸਾਬ ਨਾਲ ਇਹ ਸਾਰੇ ਕੋਠੇ 2.5 3 ਹਜ਼ਾਰ ਰੁਪਏ ਹਰ ਬੰਦਾ ਦੇ ਰਿਹਾ, ਪੇ ਕਰ ਰਿਹਾ। ਔਰ ਉਹ ਇੱਕ ਫੈਸਿਲਿਟੀ ਮਾਮੂਲੀ ਜਿੰਨੀ ਤੁਸੀਂ ਦੇ ਰਹੇ, ਨੈਟ ਵਾਲੇ ਤੁਸੀਂ 500 600 ਰੁਪਏ ਪਰ ਮੰਥ ਕਰ ਰਹੇ ਹੋ। ਦੂਸਰੇ ਦਿਨ ਇਹਨਾਂ ਦਾ ਨੈਟ ਟੁੱਟਿਆ ਹੋਇਆ ਹੁੰਦਾ, ਪੈਸੇ ਜਮ੍ਹਾਂ ਕਰਾਓ ਤਾਂ ਕਹਿੰਦੇ ਜੀ ਮੇਰੇ ਕੋਲ ਨਹੀਂ ਜੀ। ਉਹਨਾਂ ਨੂੰ ਫੋਨ ਕਰੋ ਵੀ ਭਾਈ ਪੈਸੇ ਤਾਂ ਤੁਸੀਂ ਲਏ ਨੇ,
ਉਹ ਕਹਿੰਦੇ ਸਾਡਾ ਆਪਸ ਵਿੱਚ ਤੁਹਾਡਾ ਕਿਉਂ ਨਹੀਂ, ਪੈਸੇ ਇੱਕ ਕੱਟ ਦਾ ਦੂਸਰਾ ਪੈਸੇ ਧੱਕੇਬਾਜ਼ੀ ਵਾਲਾ ਹਿਸਾਬ। ਜੋ ਵੀ ਇਹਨਾਂ ਦੇ ਮਨ 'ਚ ਵੀ ਉਹ ਧੱਕਾ ਕਹਿ ਦੋ, ਜੋ ਮਰਜ਼ੀ ਕਹਿ ਦੋ, ਕਿ ਤੁਸੀਂ ਬੇਸਿਕ ਫੈਸਿਲਿਟੀਜ਼ ਇੱਕ ਵੀ ਨਹੀਂ ਹੈਗੇ ਨਾ ਕੋਲ। ਵੀ ਸਾਨੂੰ ਜਿਸ ਮੈਂ 3000 700 2500 ਮਹੀਨੇ ਦਾ ਤੁਸੀਂ ਲੰਨੇ ਹੋ, ਇਸੇ ਚੀਜ਼ ਵਾਸਤੇ ਲੈ ਰਹੇ ਹੋ ਨਾ। ਜਿਹੜਾ ਤੁਸੀਂ ਸੜਕਾਂ ਬਣਾਉਣੀਆਂ ਹੈ, ਸੀਵਰੇਜ ਪ੍ਰੋਪਰ ਠੀਕ ਕਰਨਾ, ਤੁਹਾਡੇ ਕੋਲ ਕੋਈ ਵੀ ਕੰਮ ਨਹੀਂ ਹੈ। ਪਾਣੀ ਤੁਹਾਡਾ ਹੈ, ਨੈਟ ਦੂਸਰੇ ਦਿਨ ਤੁਹਾਡਾ ਖਰਾਬ ਰਹਿੰਦਾ ਹੈ, ਪੈਸੇ ਵੀ ਫालतू ਲੈ ਰਹੇ ਹੋ। ਤੇ ਇਹਨਾਂ ਨੂੰ ਡਿਵੈਲਪ ਕਰੋ ਨਾ। ਇਹ ਡਿਵੈਲਪ ਤੋਂ ਬਗੈਰ ਤਾਂ ਗੱਲ ਬਣਨੀ ਨਹੀਂ ਹੈਗੀ ਜੀ ਬਿਲਕੁਲ ਵੀ। ਉਹ ਤਾਂ ਬੇਸਿਕ ਤੁਸੀਂ ਦੇ ਦੋਗੇ, ਵੋਟਾਂ ਤੋਂ ਬਾਅਦ ਦੀ ਗੱਲ ਹੈ ਨਾ। ਉਹ 3 ਦਿਨ ਕਿਵੇਂ ਕੱਟੇ ਬਿਨਾਂ ਲਾਈਟ ਦੇ? ਹੁਣ ਕੱਟਣੇ ਕੀ ਕੱਟਣੇ ਪਏ। ਕਿਵੇਂ, ਕਿਸ ਤਰ੍ਹਾਂ ਦੀਆਂ ਇਸ ਤਰ੍ਹਾਂ ਮੁਸੀਬਤਾਂ ਉਹ ਆਈਆਂ? ਪੁਰਾਣਾ ਯਾਦ ਆ ਗਿਆ, ਜਿਸ ਤਰ੍ਹਾਂ ਪਿੰਡਾਂ 'ਚ ਰਹਿੰਦੇ ਸੀ, ਮੋਮਬੱਤੀਆਂ ਬਲਦੀਆਂ ਸੀ। ਹਿਸਾਬ ਤੇ ਉਹੀ ਹੈ ਪਿੰਡਾਂ ਵਾਲਾ। ਪਿੰਡਾਂ ਵਾਲਾ ਵੀ ਆਪਣਾ ਰਹਿ ਵੀ ਆਪਣਾ ਐਂ ਕਰ 6 ਵਜੇ ਰੋਟੀ ਖਾ ਲੈ ਔਰ ਆਪਣੇ ਰਜਾਈਆਂ 'ਚ ਵੜ ਕੇ ਸੌਂ ਜਾ। ਸਰਦੀਆਂ ਸੀ, ਜੇ ਗਰਮੀਆਂ 'ਚ ਹੋ ਜਾਂਦੇ ਹੋਰ ਵੀ ਦਿੱਕਤ ਹੋ ਜਾਂਦੀ ਸੀ। ਮੈਂ ਸੀਗਾ ਪਿੰਡ ਵੀ ਸੀਗਾ, ਮੈਂ ਪਿੰਡਾਂ 'ਚ ਕਹਿੰਦੇ ਸਾਡੇ ਮੈਂ ਕਿਹਾ ਲਾਈਟ ਹੈਗੀ। ਇਸ ਤੋਂ ਚੰਗਾ ਹਾਲ ਤੇ ਫਿਰ ਪਿੰਡਾਂ ਦਾ ਹੁੰਦਾ ਹੋਣਾ ਹੈ। ਪਰ ਮੈਂ ਤਾਂ ਇਹ ਸੋਚਦਾ, ਮੈਂ ਤਾਂ 1.5 ਸਾਲ ਪਹਿਲਾਂ ਪਿੰਡਾਂ 'ਚ ਹੋਇਆ, ਮੈਂ ਕਿਹਾ ਖਾਮ ਖਾ ਗਿਆ ਯਾਰ, ਮੈਂ ਤਾਂ ਉੱਥੇ ਨਾਲ ਵਧੀਆ ਰਹਿੰਦਾ। ਪਾਣੀ ਵੀ ਆਪਣਾ ਸੀਗਾ, ਦੁੱਧ ਵੀ ਸਸਤਾ ਮਿਲਦਾ ਸੀ, ਇਹ ਵੀ ਸਾਰਾ ਸਸਤਾ ਮਿਲਦਾ, ਬੜਾ ਮਹਿੰਗੇ ਵੀ ਆਏ ਔਰ ਫਸ ਵੀ ਗਏ। ਹੁਣ ਐਸੇ ਆ ਕਿ ਫਸੇ ਹੋਏ ਨਾ ਤਾਂ ਨਿਕਲ ਸਕਦੇ ਆ ਨਾ ਕੁਝ ਕਰ ਸਕਦੇ ਆ, ਕਰੀਏ ਕੀ। ਹੁਣ ਇਹ ਕਹਿੰਦੇ ਨੇ ਮੈਨੂੰ ਵੋਟਾਂ ਦਿਓ, ਵੋਟਾਂ ਦਿਓ, ਵੀ ਤੂੰ ਆਪ ਇਹ ਕਰੇਗੀ, ਆਪ ਤਾਂ ਆਏ ਤੋਂ ਬਾਅਦ ਕਰੇਗੀ। ਸੈਕਟਰ ਤਾਂ ਤੇਰਾ ਡਿਵੈਲਪ ਕਰੇ, ਪੈਸੇ ਤੂੰ ਲੈ ਰਿਹਾ, ਫਿਰ ਵੀ ਨਹੀਂ ਕਰ ਰਿਹਾ। ਇਹ ਤਾਂ ਤੁਹਾਨੂੰ ਕਰਨਾ ਭਾਈ। ਜੇ ਸੈਂਟਰ ਦੀ ਪਾਰਟੀ ਵੇਖੀ ਜਾਵੇ, ਉਹ ਤੇ ਕਹਿੰਦੀ ਕਿ ਸਾਨੂੰ ਪੰਜਾਬ 'ਚ ਲਿਆਓ, ਆਪਾਂ ਜਨਾਨੀਆਂ ਨੂੰ ਵੀ 1000 ਰੁਪਏ ਦੇਵਾਂਗੇ, ਵਿਕਾਸ ਕਰਾਵਾਂਗੇ ਆਪਾਂ ਸਾਨੂੰ ਪੰਜਾਬ। ਚਾਹੀਦਾ, ਸਾਡੇ ਤਾਂ ਇਹੀ ਕੰਮੇ ਪੂਰੇ ਕਰ ਦਿਓ। ਸਾਤੋਂ 500 ਰੁਪਏ ਫालतू ਹੋਰ ਲੈ ਲਿਓ, ਪਰ ਇਹ ਕੰਮ ਸਾਡੇ ਪੂਰੇ ਕਰ ਦਿਓ। 1000 ਨਹੀਂ ਸਾਨੂੰ ਚਾਹੀਦਾ। ਮਤਲਬ ਸਾਨੂੰ ਪਿੰਡ ਵਾਲੇ ਏਰੀਆ 'ਚੋਂ ਕੱਢੋ ਤੇ ਜਿੱਥੇ ਆਪਾਂ ਸੱਚੀ ਮੁੱਚੀ ਰਹਿਣਾ ਚਾਹੁੰਦੇ ਸਾਨੂੰ ਉੱਥੇ ਰੱਖੋ। ਸੈਕਟਰ 'ਚ ਰਹਿ ਰਹੇ ਹਾਂ, ਅੰਦਰੋਂ ਵੀ ਫੀਲ ਹੋਣਾ ਚਾਹੀਦਾ ਸੈਕਟਰ 'ਚ ਰਹਿ ਰਹੇ ਹਾਂ। ਉਹ ਚੀਜ਼ ਕਰਨੀ ਇਹਨਾਂ ਨੂੰ ਜ਼ਰੂਰ ਚਾਹੀਦੀ ਹੈ। ਉਹ ਕਰਨਗੇ ਬੇਸਿਕ ਤਾਂ ਹੋ ਸਕਦਾ। ਤੁਹਾਨੂੰ ਕੀ ਲੱਗਦਾ ਹੈ ਇਹ ਜਿਹੜੀ ਹੋਰ ਦੂਸਰੀ ਕੰਪਨੀਜ਼ ਨੂੰ, ਰਿਲਾਇੰਸ ਨੂੰ, ਜੀਓ ਨੂੰ, ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ, ਏਅਰਟੈਲ ਵਗੈਰਾ, ਇੱਥੇ ਜਿਹੜਾ ਐਂਟਰ ਨਹੀਂ ਹੁੰਦੇ ਰਹੇ, ਉਹ ਕਿਉਂ ਕਰ ਰਹੇ ਨੇ ਇਸ ਤਰ੍ਹਾਂ? ਇਹ ਆਪਣੀਆਂ ਇਹਨਾਂ ਦੀ ਮੋਨੋਪੋਲੀ ਇੱਕ ਆਦਮੀ ਨੂੰ ਜਦ ਬਿਨਾਂ ਗੱਲ ਗੁੰਡਾਗਰਦੀ ਕਹਿ ਲਓ ਜੋ ਮਰਜ਼ੀ, ਅਗਲਾ ਕਹਿੰਦਾ ਵੀ ਮੈਨੂੰ ਯਾਰ 500 600 ਰੁਪਏ ਮੈਂ ਫालतू ਲੈ ਰਹੇ ਨਾ, ਤੂੰ ਬਿਨਾਂ ਗੱਲ ਤੋਂ ਲੈ ਰਿਹਾ ਔਰ ਮੇਰਾ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ, ਚੱਲਣ ਦੇ ਮੇਰਾ ਕੰਮ। ਕੋਸ਼ਿਸ਼ ਕੀਤੀ ਆਪਾਂ ਕਿ ਹੋਰ ਕੋਈ ਕੰਪਨੀ ਇੱਥੇ ਐਂਟਰ ਕਰ ਸਾਨੂੰ ਐਂਟਰ ਤਾਂ ਕਰਨ ਦੇਵੇ, ਪਰਮਿਸ਼ਨ ਤਾਂ ਲੈ ਕੇ ਦਿਓ। ਪਰਮਿਸ਼ਨ ਤਾਂ ਇਹੀ ਦੇਣਗੇ ਨਾ ਜੀ। ਉਹ ਤਾਂ ਕਹਿੰਦੇ ਅਸੀਂ ਤਾਂ ਅੱਜ ਤਿਆਰ ਬੈਠੇ ਹਾਂ। ਤੁਸੀਂ ਵੈਸੇ ਲੈ ਕੇ ਗਏ ਹੋ ਇਹਨਾਂ ਕੋਲ ਸਮੱਸਿਆ ਵੀ ਦੱਸ ਰਹੀ ਮੈਂ ਨਹੀਂ ਕਰ, ਸਾਡੇ ਜਿਹੜੇ ਪ੍ਰਧਾਨ ਵਗੈਰਾ ਨੇ ਸਾਡੇ ਉਹ ਸਾਰੇ ਜਾਂਦੇ ਨੇ। ਤੇ ਕੀ ਰਿਐਕਸ਼ਨ ਹੁੰਦਾ ਹੈ ਤੁਸੀਂ ਕੁਛ ਦੱਸੋ? ਵੀ ਰਿਐਕਸ਼ਨ ਨਹੀਂ ਇਹਨਾਂ ਦਾ, ਕੁਝ ਵੀ ਨਹੀਂ, ਬਸ ਹਾਂ ਜੀ ਹਾਂ ਜੀ ਹਾਂ ਜੀ। ਵਾਅਦੇ ਤਾਂ ਪਤਾ ਨਹੀਂ ਕੀ ਹੁੰਦੇ ਨੇ, ਵਾਅਦੇ ਤਾਂ ਮੈਂ ਕਰਦਾ। ਅਸੀਂ ਤਾਂ ਸੁਣਿਆ ਕਿ ਉਹ ਥੋੜੀ ਧੱਕੇਬਾਜ਼ੀ ਨੇ ਵੀ ਕਰਦੇ ਨੇ ਕਿ ਨਹੀਂ। ਧੱਕੇਬਾਜ਼ੀ ਧੱਕੇਬਾਜ਼ੀ ਤਾਂ ਦਿਖ ਰਹੀ ਹੈ ਨਾ ਜੀ। ਤੁਸੀਂ ਕਰ ਨਹੀਂ ਰਹੇ ਤਾਂ ਧੱਕੇਬਾਜ਼ੀ ਹੋਏ। ਜੇ ਨਹੀਂ ਅੱਜ ਤੱਕ ਕੁਝ ਕਰਿਆ ਤਾਂ ਧੱਕੇਬਾਜ਼ੀ ਤਾਂ ਦਿਖੇ ਰਹੀ ਹੈ ਤੁਹਾਡੀ। ਕਹਿਣ ਦੀ ਜ਼ਰੂਰਤ ਵੀ ਨਹੀਂ ਵੀ ਧੱਕੇਬਾਜ਼ੀ ਕਰੀ ਕਿ ਨਹੀਂ ਕਰੀ। ਪ੍ਰੋਬਲਮ ਨਹੀਂ ਸੋਲਵ ਹੋਈ ਤਾਂ ਧੱਕੇਬਾਜ਼ੀ ਹੋਏ ਜੀ। ਪੈਸੇ ਫालतू ਰਹੇ ਨੇ, ਧੱਕੇਬਾਜ਼ੀ ਹੈ। ਇਹਨੂੰ ਸੋਲਵ ਕਰਨਾ ਚਾਹੀਦਾ ਇਹਨਾਂ ਨੂੰ। ਆਪਣੀ ਤਾਂ ਇਹੀ ਹੈਗਾ ਵੀ ਸਾਹਿਬ ਇਹਨੂੰ ਕਰੋ ਔਰ ਉਸ ਤੋਂ ਬਾਅਦ ਵੋਟਾਂ। ਤੁਹਾਨੂੰ ਉਮੀਦ ਹੈ ਕਿ ਸੋਲਵ ਹੋਵੇਗੀ ਇਹ ਪ੍ਰੋਬਲਮ? ਦੇਖੋ ਜੀ, ਕਰਨਾ ਤਾਂ ਇਸੇ ਨੇ ਪਹਿਲਾਂ, ਜਾਂ ਤਾਂ ਐਮਸੀ ਦੇ ਅੰਡਰ ਤਾਂ ਉਹ ਤੋਂ ਬਾਅਦ ਦੀ ਗੱਲ ਹੈ। ਐਮਸੀ 'ਚ ਕਦਮ ਆਉਂਦਾ ਹੈ ਉਹ ਤਾਂ ਉਹਦੀ ਬਾਅਦ ਦੀ ਗੱਲ ਹੈ। ਐਟ ਪ੍ਰੈਜ਼ੈਂਟ ਤਾਂ ਉਹਦਾ ਕੰਮ ਹੈਗਾ ਨਾ ਜੀ। ਐਜ਼ ਪ੍ਰੈਜ਼ੈਂਟ ਦੀ ਅਸੀਂ ਗੱਲ ਕਰਦੇ। ਸਾਬਕਾ ਮੇਅਰ ਰਹੇ ਨੇ ਉਹਨਾਂ ਨੇ ਕੁਝ ਵਿਕਾਸ ਕੀਤਾ ਉਸ ਟਾਈਮ ਕੀਤਾ, ਜੇ ਇਸ ਟਾਈਮ ਦੀ ਗੱਲ ਨਹੀਂ, ਗੱਲ ਤਾਂ ਉਸਦੇ ਆਪਣੇ ਸੈਕਟਰ ਦੀ ਗੱਲ ਕਰੋ ਵੀ ਉਹਨੇ ਆਪਣਾ ਸੈਕਟਰ ਜਿਹੜਾ ਆਪ ਡਿਵੈਲਪ ਕਰਿਆ ਉਹ ਕਰਿਆ ਕਿ ਨਹੀਂ ਕਰਿਆ, ਉਹ ਵਿਕਾਸ ਕਰਿਆ ਕਿ ਨਹੀਂ। ਮੈਂ ਸੈਕਟਰ ਦੀ ਹੀ ਗੱਲ ਕਰ ਰਹੀ ਹਾਂ। ਜੇ ਇਸ ਟਾਈਮ ਇਸ ਤਰ੍ਹਾਂ ਦੀਆਂ ਸੜਕਾਂ ਹੈ, ਬਿਜਲੀ ਦੀ ਇਹ ਹਾਲਤ ਹੈ, ਤੇ ਜਦ ਉਹ ਰਹੇ ਸੀਗੇ ਉਦੋਂ ਉਹਨਾਂ ਨੇ ਕੁਝ ਕੀਤਾ ਸੀ? ਉਦੋਂ ਵੀ ਕਿਹੜਾ ਤੁਹਾਡੇ ਸਾਹਮਣੇ ਹੀ ਹੈ ਜੀ। ਉਹ ਹਟੇ ਨੂੰ 3-4 ਸਾਲ ਪਹਿਲਾਂ ਹੀ ਹਟੇ ਨੇ, 2 ਸਾਲ ਪਹਿਲਾਂ ਹੀ ਹਟੇ ਹੋਣਗੇ ਔਰ ਉਸ ਤੋਂ ਪਹਿਲਾਂ 2 ਸਾਲ ਪਹਿਲਾਂ ਹੀ ਹਟੇ ਨੇ। ਇਹ ਤਾਂ ਨਵਾਂ ਤਾਂ ਮੈਂ ਕੱਲ ਹੁਣ ਆਏ ਹੋਣਗੇ, 6 ਮਹੀਨੇ ਪਹਿਲਾਂ ਸਾਲ ਆਏ ਹੋਣਗੇ। ਉਸ ਤੋਂ ਪਹਿਲਾਂ ਤਾਂ ਉਹੀ ਸੀਗੇ ਜੀ, ਜਾਂ ਉਸ ਤੋਂ ਪਹਿਲਾਂ ਹੋਰ ਲਾ ਲਓ, ਪਹਿਲਾਂ ਹੀ ਸੀਗੇ ਜੀ। ਇਹ ਤਾਂ ਫਿਰ ਸੜਕਾਂ ਤਾਂ ਦਿਖਣੀਆਂ ਚਾਹੀਦੀਆਂ ਨੇ ਨਾ ਤੁਹਾਨੂੰ ਜੀ। ਉਹ ਦਿਖ ਮਤਲਬ ਇਸ ਵਾਰੀ ਉਹਨਾਂ ਦਾ ਕੋਈ ਚਾਂਸ ਨਹੀਂ ਬਣਦਾ? ਦੇਖੋ ਚਾਂਸ ਸਾਡੇ ਵੱਲੋਂ ਤਾਂ ਲੱਗਦਾ ਵੀ ਇਹ ਅਗਰ ਇਹੀ ਹਾਲਾਤ ਰਹਿੰਦੇ ਨੇ ਫਿਰ ਨਹੀਂ ਬਣਦੇ ਨੇ। ਬਾਕੀ ਤੋਂ ਉੱਪਰ ਵਾਲੇ ਨੂੰ ਪਤਾ ਹੈ ਲੋਕਾਂ ਨੂੰ ਆਪਣੇ ਦਿਲਾਂ 'ਚ ਕੀ ਹੈ ਕੀ ਨਹੀਂ, ਉਸ ਹਿਸਾਬ ਦੇ ਨਾਲ ਨਹੀਂ ਬਣਦਾ। ਵੈਸੇ ਉਮੀਦ ਹੈ ਕਿ ਕਰਨਗੇ? ਦੇਖੋ ਜੀ, ਉਮੀਦ ਦਾ ਤਾਂ ਲੱਗਦਾ ਨਹੀਂ। ਉਮੀਦ ਤਾਂ ਜੇ ਕਰਕੇ ਦਿਖਾਉਣਗੇ ਤਾਂ ਉਮੀਦ ਬਣਦੀ ਹੈ, ਨਹੀਂ ਤਾਂ ਹੈਗਾ ਕਿਉਂਕਿ 3 ਦਿਨ ਤੇ ਆਲਰੇਡੀ ਹੋ ਚੁੱਕੇ ਆ, ਬਿਜਲੀ ਆਈ ਨਹੀਂ ਹੈ। ਉਹਨਾਂ ਦੇ ਸਾਹਮਣੇ ਹੀ ਹੈ ਨਾ ਜੀ। ਉਹ ਤਾਂ ਉਹਨਾਂ ਦੇ ਸਾਹਮਣੇ ਵੀ ਇੰਨੇ ਦਿਨਾਂ 'ਚ ਤਾਂ ਬਹੁਤ ਕੁਝ ਹੋ ਸਕਦਾ। ਇੱਕ ਪਾਸੇ ਕਹਿੰਦੇ ਅਸੀਂ 24 ਘੰਟਿਆਂ 'ਚ ਸਭ ਕੁਝ ਕਰ ਦਿੰਦੇ ਆ, ਤੁਹਾਡੇ ਕੋਲ ਤਾਂ ਟਾਈਮ ਪੂਰਾ ਸੀਗਾ। ਮਤਲਬ ਇੱਕ ਪਾਸੇ ਧੱਕਾਸ਼ਾਹੀ ਕਰਦੇ ਨੇ ਪੂਰੀ, ਇੱਕ ਪਾਸੇ ਦੂਸਰੀਆਂ ਕੰਪਨੀਆਂ ਨੂੰ ਵੀ ਨਹੀਂ ਆਉਣ ਦਿੰਦੇ, ਤੇ ਦੂਜੇ ਪਾਸੇ ਆਪਣੇ ਵੱਲੋਂ ਕੋਈ ਸਹੂਲਤਾਂ ਵੀ ਨਹੀਂ ਆਪਣੇ ਦਿੰਦੇ। ਵੱਲ ਸਹੂਲਤ ਜਦ ਪੈਸੇ ਲੈ ਰਹੇ ਫਿਰ ਸਹੂਲਤ ਨਹੀਂ ਨਾ ਦੇ ਰਹੇ ਤੁਸੀਂ। ਅਸਲ ਪੈਸੇ ਸਾਤੋਂ ਨਾ ਲੈਂਦੇ ਫਿਰ ਅਸੀਂ ਆਪਣੇ ਆਪ ਦੇਖਦੇ, ਆਪ ਇਕੱਠੇ ਕਰਕੇ ਕਰਦੇ। ਹੁਣ 2.5 ਟਾਈਮ ਮੈਂ ਕਿਹਾ ਕੋਠੀ 'ਚ ਕੋਈ ਵੀ ਐਸਾ ਨਹੀਂ ਜਿਹੜਾ 2.5-3 ਹਜ਼ਾਰ ਤੋਂ ਘੱਟ ਮਹੀਨੇ ਦਾ ਦੇ ਰਿਹਾ ਹੋਵੇ, ਔਰ ਉਸ ਤੋਂ ਫालतू ਹੀ ਦੇ ਰਹੇ ਨੇ ਕਈ ਤਾਂ ਪਰ ਮੰਥਲੀ। ਇਸੇ ਚੀਜ਼ ਦੇ ਦੇ ਰਹੇ ਹਾਂ ਅਸੀਂ। ਅਗਰ ਟੋਟਲ ਘਰ ਕਰ ਲਓ, ਪੈਸੇ ਇਕੱਠਾ ਕਰ ਲਓ, ਕਿੰਨਾ ਇਕੱਠਾ ਹੁੰਦਾ ਹੈ ਜੀ। ਕਈ ਜਾਣੇ ਤੇ ਅਫੋਰਡ ਵੀ ਨਹੀਂ ਕਰ ਪਾਉਂਦੇ। 2.5-3 ਹਜ਼ਾਰ ਕੌਣ ਦੇ ਦੇਗਾ ਜੀ? ਬਹੁਤ ਆਦਮੀ ਰਿਟਾਇਰਡ ਵੀ ਬੈਠੇ ਨੇ, ਬਿਲਕੁਲ ਬਹੁਤ ਆਦਮੀ ਰਿਟਾਇਰਡ ਬੈਠੇ ਨੇ। ਉਹ ਕਿਸ ਤਰ੍ਹਾਂ ਦੇ ਦੇਣਗੇ ਜੀ? ਕਿੰਨਾ ਕੁ ਦੇਵਾਂਗੇ? ਫੈਸਿਲਿਟੀਜ਼ ਮਿਲ ਜੇ ਫਿਰ ਮੈਨੂੰ ਉਮੀਦ ਹੈ ਕਿ ਮੈਂ ਯਾਰ ਪੈਨ ਦਿੱਤਾ, ਮੈਨੂੰ ਰਿਟਰਨ ਆ ਰਿਹਾ, ਮੈਨੂੰ ਰਿਟਰਨ ਨਹੀਂ ਆ ਰਿਹਾ ਉਸ ਚੀਜ਼ ਦਾ, ਤਾਂ ਫਿਰ ਹੈ ਨਹੀਂ। ਮੈਡਮ ਇਹ ਲਿਖੋ ਕਿ ਵੀ ਜਿਸ ਉਮੀਦ ਦੇ ਨਾਲ ਗੱਲ ਉਸ ਉਮੀਦ ਹੋਣੀ ਚਾਹੀਦੀ ਹੈ ਨਾ। ਪ੍ਰੋਪਰ ਕਰੋ, ਪੈਸਾ ਅਸੀਂ ਦੇ ਰਹੇ ਹਾਂ ਤਾਂ ਸਾਨੂੰ ਦੇ ਦਿਓ। ਜਦ ਪੈਸੇ ਨਹੀਂ ਸਾਤੋਂ ਲੈ ਰਹੇ ਹੋ ਫਿਰ ਸਾਤੋਂ ਉਹ ਕੀ ਕਰਦੇ ਹੋ ਜੀ? ਫਿਰ ਸਾਡੇ ਪੈਸੇ ਨਾਲ ਨਾ ਧੱਕਾ ਕਰੋ। ਸਾਤੋਂ 2.5-3 ਹਜ਼ਾਰ ਤੁਸੀਂ ਖਾਮ ਖਾਦਾ ਲੈ ਰਹੇ ਹੋ, ਉਹ ਨਹੀਂ ਹੋਣਾ ਚਾਹੀਦਾ।
ਹਾਂਜੀ ਸਰ, ਤੁਸੀਂ ਕੁਝ ਕਹਿਣਾ ਚਾਹੋਗੇ? हाँ मैडम, मैं ये कहना चाहना, मेरा नाम रमेश शर्मा है ਹਾਂਜੀ। और मैंने इस सेक्टर च आया 4 साल हो गए हैं। ਅੱਛਾ ਜੀ, 4 ਸਾਲ ਹੋ ਗਏ ਤੁਹਾਨੂੰ ਇੱਥੇ? हाँ 4 साल प्लस हो गए हैं। और इस तरह लगता है कि बड़ी उम्मीद में आए सी कि बड़ा बढ़िया सेक्टर है जी, बहुत अच्छा है, पॉश एरिया ਉਮੀਦਾਂ है, ਤੇ ਪਾਣੀ ਫਿਰ ਗਿਆ। पानी फिर गया इस करके कि हूँ तो लगता है इतने जंगल च रह रहे हैं असी। जंगल जो होता है ना, जिस तरह कोई फैसिलिटी नहीं, कोई नेटवर्क नहीं, कोई उम्मीद नहीं, है ना, कोई सपोर्ट नहीं। प्रधान भी चुनिया असी रिसेंटली, वो भी भाई साहब 2 दिन लाइट नहीं है, मन सकते हो तुसी सैक्टर ਦੇ ਵਿੱਚ 3 ਦਿਨ ਤੋਂ ਆਈ ਨਹੀਂ। 3 दिन हो गए बल्कि, और तीसरे दिन मिलता भाई साहब नाल मिल के, और ना आने तो मैंने लगता 3 दिन होर ना आती। तो इस करके मैं चाहना कि थोड़ा नैटवर्क जोड़ा बहुत जरूरी है आज की डेट च। बच्चे घरों पढ़ते हैं, कोरोना का टाइम है, पर परमिशन किसी ने नहीं दे रहे। नैटवर्क पिछले 2.5-3 साल तो 4 साल तो स्ट्रगल करते पे हैं। बहुत जी बेसिक कम्यूनिटी है वो मेरे वालों तो यही है कि इंटरनेट जरूरी होना चाहिए। बाकी रोड्स वगैरह की हालत तुम देख रहे हो, ये तो मैंने लगता ਬੇਸਿਕ ਸਹੂਲਤਾਂ ਨੇ ਜਿਹੜੀਆਂ ਬਿਜਲੀ, ਪਾਣੀ, ਇਹੀ ਸਭ ਨਹੀਂ ਮਿਲਣ ਦਿਆ ਸਾਨੂੰ। बिजली नहीं तो पानी नहीं, है ना, ਬਿਜਲੀ ਹੋਵੇਗੀ ਤੇ ਪਾਣੀ ਹੋਵੇਗਾ। पानी होएगा। बाकी ये है कि इंटरनेट जो ना बहुत जरूरी, कंपटीशन होना चाहिए। मार्केट के 400-500 रुपये इंटरनेट मिलता, ये 1200-1500 रुपये अपने किसी फेवरेट में देता है ना। और है भी सारा ओवरहेड तारा तुम देखी होनी है। वैसे सेक्टर जो अंडरग्राउंड है सारा ही, लेकिन ये पर्टिकुलर तारा ओवरहेड चलती हैं पईयां। ਸੜਕਾਂ ਦਾ ਵੀ ਬੁਰਾ ਹਾਲ ਸੁਣਨ ਨੂੰ ਆ ਰਿਹਾ ਹੈ। देख लो ਤੁਹਾਡੇ ਸਾਹਮਣੇ 11 ਸਾਲ ਹੋ ਗਏ ਕਾਰਪੇਟਿੰਗ ਹੀ ਨਹੀਂ ਹੋਈ ਦੇਖੋ। नो कारपेट। ਤੇ ਤੁਸੀਂ ਸੀਨੀਅਰ ਸਿਟੀਜ਼ਨ ਹੋ, ਹੈ ਨਾ, ਤੇ ਬੀਇੰਗ ਅ ਸੀਨੀਅਰ ਸਿਟੀਜ਼ਨ ਅਗਰ ਤੁਸੀਂ ਆਪਣੇ ਨਜ਼ਰੀਏ ਨਾਲ ਦੇਖੋ ਤੇ ਤੁਹਾਨੂੰ ਪਰਸਨਲੀ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਹੈ? ਦੇਖੋ ਮੈਡਮ, ਮੈਨੂੰ ਇਹ ਲੱਗਦਾ ਮੁਹਾਲੀ 'ਚ ਬਾਕੀ ਸਾਰੇ ਹੀ ਸੈਕਟਰ 'ਚ ਬਹੁਤ ਵਧੀਆ ਨੇ, ਬਹੁਤ ਅੱਛੀਆਂ ਅਮੈਨਿਟੀਜ਼ ਹੈਗੀਆਂ ਨੇ। ਸੇ ਹੈਗੀ ਹੈ, ਆਰਟੀਕਲਸ ਬਣੀਆਂ ਹੋਈਆਂ ਨੇ। ਸੋ ਹੈ 91 ਤੋਂ 91 'ਚ ਕੁਝ ਵੀ ਨਹੀਂ ਹੈਗਾ। ਬਾਕੀ ਹੋਰ ਹੈ ਨਾ, ਜੇਲ੍ਹ ਪੇਲ ਦੇ ਸੈਕਟਰ ਹੋਣਗੇ ਮੈਨੂੰ ਪਤਾ ਨਹੀਂ, ਬਟ ਸੁਣੀ ਤਾਂ ਇਹੀ ਹੈ ਕਿ ਸਾਰਿਆਂ ਦਾ ਇਹੀ ਹਾਲ ਹੈ ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਰ। ਤਾਂ ਇਹ ਸੀ ਸੈਕਟਰ 91 ਦੀ ਪਬਲਿਕ, ਆਮ ਪਬਲਿਕ, ਜਿਨ੍ਹਾਂ ਨੂੰ ਇਹਨਾਂ ਦੀ ਬੇਸਿਕ ਸਹੂਲਤਾਂ ਜਿਹੜੀਆਂ ਸਰਕਾਰ ਕੋਲੋਂ ਮਿਲਦੀਆਂ ਹੈ ਉਹ ਵੀ ਨਹੀਂ ਮਿਲ ਰਹੀਆਂ। ਤਾਂ ਤੁਸੀਂ ਖੁਦ ਸੁਣਿਆ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ, ਕਿਉਂ ਇਹ ਸਭ ਇੰਨਾ ਪਰੇਸ਼ਾਨ ਨੇ। ਲਾਈਟ ਨਹੀਂ ਮਿਲ ਰਹੀ ਇਹਨਾਂ ਨੂੰ, ਲਾਈਟ ਦੇ ਵਜ੍ਹਾ ਨਾਲ ਪਾਣੀ ਨਹੀਂ ਮਿਲ ਪਾ ਰਿਹਾ, ਜਿਹੜੀ ਇੰਟਰਨੈਟ ਫੈਸਿਲਿਟੀਜ਼ ਹੈ, ਜਿਹੜੀ ਕਾਲ ਫੈਸਿਲਿਟੀਜ਼ ਹੈ, ਉਹ ਨਹੀਂ ਪੂਰੀਆਂ ਹੋ ਪਾਉਂਦੀਆਂ। ਤਾਂ ਇਹ ਸੀ ਸਕਾਈ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਕਮਲ ਦੇ ਨਾਲ ਲਵਲੀ